ਤੁਹਾਡਾ ਅੱਜ ਦੀ ਇਸ ਟ੍ਰੇਨਿੰਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਟ੍ਰੇਨਿੰਗ ਦੇ ਵਿੱਚ ਅਸੀਂ ਤੁਹਾਨੂੰ ਪੋਲ ਪ੍ਰੋਸੈਸ ਸੰਬੰਧੀ ਜੋ ਜਨਰਲ ਗਾਈਡਲਾਈਨਸ ਆ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਦੇਵਾਂਗੇ। ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਨ ਦੇ ਲਈ ਹਰੇਕ ਪੋਲਿੰਗ ਸਟੇਸ਼ਨ ਦੇ ਉੱਪਰ 4 ਅਫਸਰਾਂ ਦੀ ਜਿਹੜੀ ਆ ਉਹ ਇੱਕ ਪੋਲਿੰਗ ਪਾਰਟੀ ਹੋਏਗੀ, ਜਿਹਦੇ ਵਿੱਚ ਇੱਕ ਪ੍ਰੈਜ਼ਾਈਡਿੰਗ ਅਫੀਸਰ, ਇੱਕ APRO ਤੇ 2 ਪੋਲਿੰਗ ਅਫੀਸਰ ਸਾਹਿਬਾਨ ਹੋਣਗੇ। ਜਦੋਂ ਤੁਸੀਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਆਪਣੇ ਰਿਟਰਨਿੰਗ ਅਫਸਰ ਦੇ ਦਫ਼ਤਰ ਦੇ ਵਿੱਚ ਪਹੁੰਚ ਗਏ, ਜਿੱਥੋਂ ਤੁਹਾਡੀਆਂ ਪੋਲਿੰਗ ਪਾਰਟੀਆਂ ਨੂੰ ਤੁਹਾਡੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਰਵਾਨਾ ਕੀਤਾ ਜਾਣਾ ਹੈ, ਤਾਂ ਪੋਲਿੰਗ ਪਾਰਟੀ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਪੋਲਿੰਗ ਸਟੇਸ਼ਨ ਆ ਜਿਹੜਾ ਉਹ ਅਲਾਟ ਕੀਤਾ ਜਾਊਗਾ। ਜਦੋਂ ਤੁਹਾਨੂੰ ਪੋਲਿੰਗ ਸਟੇਸ਼ਨ ਅਲਾਟ ਹੋ ਗਿਆ ਤਾਂ ਤੁਸੀਂ ਉਸ ਪੋਲਿੰਗ ਸਟੇਸ਼ਨ ਦਾ ਸਭ ਤੋਂ ਪਹਿਲਾਂ ਜਿਹੜਾ ਸਮਾਨ ਆ ਉਹ ਪ੍ਰਾਪਤ ਕਰਨਾ ਹੈ। ਇਹ ਸਮਾਨ ਦੇ ਵਿੱਚ ਤੁਹਾਨੂੰ ਇੱਕ EVM ਜਿਹਦੇ 3 ਹਿੱਸੇ ਹੋਣਗੇ, ਕੰਟਰੋਲ ਯੂਨਿਟ ਹੋਏਗਾ, ਬੈਲਟ ਯੂਨਿਟ ਹੋਏਗਾ ਤੇ VVPAT ਹੋਏਗਾ, ਉਹ ਦਿੱਤਾ ਜਾਏਗਾ। ਨਾਲ ਤੁਹਾਨੂੰ ਉਸੇ ਪੋਲਿੰਗ ਸਟੇਸ਼ਨ ਦਾ ਇੱਕ ਸਪੈਸ਼ਲ ਐਨਵੈਲਪ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਇੱਕ ਜਿਹੜੀ ਆ ਜਨਰਲ ਕਿੱਟ ਦਿੱਤੀ ਜਾਏਗੀ। ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਸਾਰੇ ਸਮਾਨ ਦੀ ਜਿਹੜੀ ਹੈਗੀ ਤੁਸੀਂ ਇੱਕ ਜਨਰਲ ਚੈਕਿੰਗ ਕਰਨੀ ਆ ਕਿ ਕੀ ਇਹ ਸਾਰਾ ਸਮਾਨ ਉਸੇ ਪੋਲਿੰਗ ਸਟੇਸ਼ਨ ਦਾ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਤੇ ਤੁਸੀਂ ਜਾ ਰਹੇ ਹੋ ਵੋਟਾਂ ਪਾਉਣ ਦੇ ਲਈ। ਸੋ ਸਭ ਤੋਂ ਪਹਿਲਾਂ ਤੁਸੀਂ ਜੋ EVM ਆ ਤੁਹਾਡਾ ਕੰਟਰੋਲ ਯੂਨਿਟ ਆ, ਤੁਹਾਡਾ VVPAT ਆ ਤੇ ਤੁਹਾਡਾ ਬੈਲਟ ਯੂਨਿਟ ਆ, ਉਹਦੇ ਉੱਤੇ ਜਿਹੜੇ ਐਡਰੈਸ ਟੈਗ ਲੱਗੇ ਆ, ਜਿਹੜੇ ਸੀਲ ਕੀਤੇ ਹੋਏ ਆ, ਉਹਨਾਂ ਦੇ ਨਾਲ ਮਿਲਾਨ ਕਰਨਾ ਕਿ ਕੀ ਇਹ ਉਹੀ ਪੋਲਿੰਗ ਸਟੇਸ਼ਨ ਦੇ ਆ ਜਿਹਨਾਂ ਪੋਲਿੰਗ ਸਟੇਸ਼ਨਾਂ ਦੇ ਉੱਤੇ ਤੁਸੀਂ ਜਿਸ ਦੇ ਉੱਤੇ ਜਾ ਕੇ ਵੋਟਾਂ ਪਵਾਉਣੀਆਂ। ਦੂਸਰਾ ਤੁਸੀਂ ਇਹ ਚੈੱਕ ਕਰਨਾ ਕਿ ਜਿਹੜਾ ਤੁਹਾਨੂੰ ਸਪੈਸ਼ਲ ਲਿਫਾਫਾ ਦਿੱਤਾ ਗਿਆ ਕਿ ਕੀ ਉਹ ਵੀ ਉਸੇ ਪੋਲਿੰਗ ਸਟੇਸ਼ਨ ਦਾ ਹੈ ਜਿਸ ਪੋਲਿੰਗ ਸਟੇਸ਼ਨ ਦੇ ਉੱਪਰ ਤੁਸੀਂ ਜਾ ਕੇ ਵੋਟਾਂ ਪਾਉਣੀਆਂ। ਸੋ ਜਦੋਂ ਤੁਹਾਨੂੰ ਇਹ ਕਲੀਅਰ ਹੋ ਗਿਆ ਤਾਂ ਫਿਰ ਆਪਾਂ ਡਿਟੇਲ ਦੇ ਵਿੱਚ ਚੈਕਿੰਗ ਕਰਨੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋਗੇ ਕੰਟਰੋਲ ਯੂਨਿਟ ਨੂੰ। ਕੰਟਰੋਲ ਯੂਨਿਟ ਨੂੰ ਤੁਸੀਂ ਆਪਣੇ ਬਕਸੇ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ। ਬਾਹਰ ਕੱਢ ਕੇ ਤੁਸੀਂ ਉਹਦੀ ਜਿਹੜੀ ਸਵਿਚ ਆ ਉਹਨੂੰ ਔਨ ਕਰਕੇ ਦੇਖ ਲਓ ਕਿ ਕੀ ਉਹ ਜਿਹੜੇ ਕੈਂਡੀਡੇਟ ਆ ਉਨੇ ਹੀ ਸੈੱਟ ਕੀਤੇ ਹੋਏ ਆ ਜਿੰਨੇ ਤੁਹਾਡੇ ਬੈਲਟ ਯੂਨਿਟ ਦੇ ਉੱਪਰ ਦਰਸਾਏ ਗਏ ਆ। ਸੋ ਜੇ ਉਹ ਕੈਂਡੀਡੇਟ ਉਨੇ ਹੀ ਸੈੱਟ ਕੀਤੇ ਹੋਏ ਆ ਤਾਂ ਤੁਸੀਂ ਜਿਹੜਾ ਕੰਟਰੋਲ ਯੂਨਿਟ ਆ ਉਹਨੂੰ ਸਵਿਚ ਆਫ ਕਰਕੇ ਫਿਰ ਬਕਸੇ ਦੇ ਵਿੱਚ ਪਾ ਕੇ ਉਹਦਾ ਐਡਰੈਸ ਟੈਗ ਲਾ ਲੈਣਾ। ਔਰ ਦੂਸਰੀ ਗੱਲ ਇਹ ਆ ਕਿ ਤੁਸੀਂ ਫਿਰ ਬੈਲਟ ਯੂਨਿਟ ਨੂੰ ਦੇਖਣਾ ਕਿ ਕੀ ਬੈਲਟ ਯੂਨਿਟ ਦੇ ਉੱਤੇ ਤੁਹਾਡਾ ਜਿਹੜਾ ਬੈਲਟ ਪੇਪਰ ਆ ਉਹ ਚਿਪਕਾਇਆ ਹੋਇਆ ਜਿੰਨੇ ਕੈਂਡੀਡੇਟ ਉਹਦੇ ਉੱਤੇ ਸੈੱਟ ਕੀਤੇ ਹੋਏ ਆ, ਉਹਦੇ ਨਾਲ ਜਿਹੜੇ ਬਲੂ ਬਟਨ ਆ ਜੋ ਕੈਂਡੀਡੇਟ ਦੇ ਸਾਹਮਣੇ ਦਿੱਤੇ ਹੋਏ ਆ ਕਿ ਕੀ ਉਹਨੇ ਜਿਹੜੇ ਬਲੂ ਬਟਨ ਆ ਉਹ ਅਨਮਾਸਕਡ ਆ, ਕਿ ਉਹਨਾਂ ਨੂੰ ਢੱਕਿਆ ਹੋਇਆ ਤਾਂ ਨਹੀਂ। ਤੇ ਬਾਕੀ ਜਿਹੜਾ ਬੈਲਟ ਯੂਨਿਟ ਆ ਤੁਹਾਡਾ ਦੋਨੋਂ ਸਾਈਡਾਂ ਤੋਂ ਸੀਲ ਆ। ਸੋ ਜਦੋਂ ਚੈੱਕ ਕਰ ਲਿਆ ਤਾਂ ਬੈਲਟ ਯੂਨਿਟ ਨੂੰ ਵੀ ਤੁਸੀਂ ਉਹਦੇ ਬਕਸੇ ਦੇ ਵਿੱਚ ਪਾ ਕੇ ਸੀਲ ਕਰ ਲੈਣਾ ਹੈ। ਔਰ ਬੇਨਤੀ ਇਹ ਆ ਪੋਲਿੰਗ ਪਾਰਟੀਆਂ ਨੂੰ, ਸਾਰੇ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਨੂੰ, ਕਿ ਤੁਸੀਂ ਉਸ ਮੌਕੇ ਦੇ ਉੱਤੇ ਉਸ ਸ਼ਾਮ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜਾਣ ਤੋਂ ਪਹਿਲਾਂ ਜਾਂ ਪੋਲਿੰਗ ਸਟੇਸ਼ਨ ਤੇ ਜਾ ਕੇ VVPAT ਨੂੰ ਔਰ ਜਿਹੜਾ ਕੰਟਰੋਲ ਯੂਨਿਟ ਆ ਔਰ ਜਿਹੜਾ ਬੈਲਟ ਯੂਨਿਟ ਆ ਕਿਸੇ ਵੀ ਹਾਲਤ ਦੇ ਵਿੱਚ ਮੌਕ ਪੋਲ ਕਰਨ ਤੋਂ ਪਹਿਲਾਂ ਜੋੜਨਾ ਨਹੀਂਗਾ। ਸਿਰਫ ਮੌਕ ਪੋਲ ਆਪਾਂ ਵੋਟਾਂ ਵਾਲੇ ਦਿਨ ਕਰਨੀ ਆ, ਸਿਰਫ ਉਸੇ ਸਮੇਂ ਆਪਾਂ ਕਨੈਕਸ਼ਨ ਕਰਕੇ ਜੋੜਨਾ ਹੈ। ਬਾਕੀ ਆਪਾਂ ਜੋੜ ਕੇ ਵੋਟਾਂ ਪਵਾ ਕੇ ਮੌਕ ਪੋਲ ਤੋਂ ਪਹਿਲਾਂ ਨਹੀਂ ਦੇਖਣੀਆਂ। ਸੋ ਜਦੋਂ ਤੁਹਾਡੀਆਂ ਇਹ EVM ਸੰਬੰਧੀ ਜਿਹੜੀ ਤੁਸੀਂ ਚੈਕਿੰਗ ਕਰ ਲਈ ਤਾਂ ਫਿਰ ਤੁਸੀਂ ਸਪੈਸ਼ਲ ਐਨਵੈਲਪ ਜਿਹੜਾ ਤੁਹਾਨੂੰ ਲਿਫਾਫਾ ਦਿੱਤਾ ਗਿਆ ਉਹ ਚੈੱਕ ਕਰਨਾ, ਉਹ ਖੋਲ ਕੇ ਦੇਖਣਾ ਕਿ ਉਹਦੇ ਵਿੱਚ ਇੱਕ ਮਾਰਕਡ ਕਾਪੀ ਹੋਏਗੀ। ਮਾਰਕਡ ਕਾਪੀ ਉਹ ਵੋਟਰ ਸੂਚੀ ਹੁੰਦੀ ਹੈ ਜਿਹਦੇ ਉੱਤੇ ਮਾਰਕ ਕੀਤਾ ਹੁੰਦਾ ਹੈ ਰਿਟਰਨਿੰਗ ਅਫੀਸਰ ਨੇ। ਜਿਹੜੇ ਵੋਟਰਾਂ ਨੇ ਕੋਈ EDC ਜਿਨ੍ਹਾਂ ਨੂੰ ਇਲੈਕਸ਼ਨ ਡਿਊਟੀ ਸਰਟੀਫਿਕੇਟ ਦਿੱਤਾ ਹੁੰਦਾ ਹੈ ਉਹਨਾਂ ਦੇ ਸਾਹਮਣੇ EDC ਲਿਖਿਆ ਹੋਏਗਾ, ਜਿਨ੍ਹਾਂ ਨੂੰ ਕੋਈ ਪੋਸਟਲ ਬੈਲਟ ਪੇਪਰ ਦਿੱਤਾ ਹੋਇਆ ਉਹਦੇ ਨਾਲ PB ਲਿਖਿਆ ਹੋਏਗਾ। ਇੱਕ ਮਾਰਕਡ ਕਾਪੀ ਹੋਏਗੀ ਉਸ ਪੋਲਿੰਗ ਸਟੇਸ਼ਨ ਦੀ ਜਿਹੜਾ ਤੁਹਾਨੂੰ ਪੋਲਿੰਗ ਸਟੇਸ਼ਨ ਅਲਾਟ ਹੋਇਆ, ਨਾਲ 2 ਵਰਕਿੰਗ ਕਾਪੀਜ਼ ਹੋਣਗੀਆਂ, ਉਹ ਚੈੱਕ ਕਰਨੀਆਂ। ਬਾਕੀ ਉਸ ਸਪੈਸ਼ਲ ਐਨਵੈਲਪ ਦੇ ਵਿੱਚ 20 ਤੁਹਾਡੇ ਹੈਗੇ ਟੈਂਡਰ ਵੋਟਾਂ ਪਾਉਣ ਦੇ ਲਈ ਜਿਹੜੇ ਹੈਗੇ ਬੈਲਟ ਪੇਪਰ ਹੋਣਗੇ। ਨਾਲ ਤੁਹਾਡੇ ਕੋਲ ASD ਵੋਟਰਸ ਦੀ ਲਿਸਟ ਵੀ ਹੋਏਗੀ, ਓਵਰਸੀਜ਼ ਵੋਟਰਸ ਦੀ ਲਿਸਟ ਹੋਏਗੀ। ਬਾਕੀ ਉੱਤੇ ਕਲਾਸੀਫਾਈਡ ਜਿਹੜੇ ਸਬਸਿਸ ਵੋਟਰ ਆ ਉਹਨਾਂ ਦੀ ਲਿਸਟ ਵੀ ਉੱਥੇ ਮੁਹੱਈਆ ਕਰਵਾਈ ਹੋਗੀ। ਯੰਗ ਵੋਟਰਸ ਕਿਹੜੇ ਆ ਉਹਦੀ ਵੀ ਲਿਸਟ ਮੁਹੱਈਆ ਕਰਵਾਈ ਹੋਗੀ। ਸੋ ਇਹ ਸਾਰਾ ਸਮਾਨ ਜਿਹੜਾ ਤੁਸੀਂ ਚੈੱਕ ਕਰ ਲੈਣਾ। ਇਹਦੇ ਨਾਲ ਦੇ ਨਾਲ ਹੀ ਇਸ ਸਪੈਸ਼ਲ ਐਨਵੈਲਪ ਦੇ ਵਿੱਚ ਜਿਹੜੀਆਂ ਵੀ ਤੁਹਾਨੂੰ ਸਟ੍ਰੈਪ ਸੀਲਾਂ ਜਿਹੜੀਆਂ ਇਸ਼ੂ ਕੀਤੀਆਂ ਉਹ ਹੋਣਗੀਆਂ, ਜੋ ਤੁਹਾਨੂੰ ਗ੍ਰੀਨ ਪੇਪਰ ਸੀਲਾਂ ਦਿੱਤੀਆਂ ਉਹ ਹੋਣਗੀਆਂ, ਜੋ ਤੁਹਾਨੂੰ ਪਿੰਕ ਪੇਪਰ ਸੀਲ ਦਿੱਤੀ ਆ ਉਹ ਹੋਏਗੀ, ਨਾਲ ਸਪੈਸ਼ਲ ਟੈਗ ਹੋਏ, ਨਾਲ ਕੁਝ ਐਡਰੈਸ ਟੈਗ ਹੋਣਗੇ ਤੇ ਨਾਲ ਹੀ ਕੈਂਡੀਡੇਟ ਜਿਹੜਾ ਹੈਗਾ ਏ ਉਹਦੇ ਸਪੈਸੀਮਨ ਸਿਗਨੇਚਰ ਜਾਂ ਇਲੈਕਸ਼ਨ ਕੈਂਡੀਡੇਟ ਜਿਹੜਾ ਇਲੈਕਸ਼ਨ ਏਜੰਟ ਆ ਉਹਦੇ ਸਪੈਸੀਮਨ ਜਿਹੜੇ ਸਿਗਨੇਚਰ ਆ ਉਹ ਵੀ ਹੋਣਗੇ। ਸਾਰਾ ਸਮਾਨ ਜਿਹੜਾ ਹੈਗਾ ਤੁਹਾਡੇ ਸਪੈਸ਼ਲ ਐਨਵੈਲਪ ਦੇ ਵਿੱਚ ਹੋਏਗਾ। ਇਹ ਤੁਸੀਂ ਚੈੱਕ ਕਰ ਲੈਣਾ ਕਿ ਕੀ ਇਹ ਸਾਰਾ ਸਮਾਨ ਜਿਹੜਾ ਤੁਹਾਡੇ ਸਪੈਸ਼ਲ ਐਨਵੈਲਪ ਦੇ ਵਿੱਚ ਦਿੱਤਾ ਗਿਆ ਇਹ ਤੁਹਾਡੇ ਪੋਲਿੰਗ ਸਟੇਸ਼ਨ ਦੇ ਨਾਲ ਸੰਬੰਧਿਤ ਹੀ ਹੈ। ਜਦੋਂ ਤੁਹਾਡਾ ਸਪੈਸ਼ਲ ਐਨਵੈਲਪ ਵਾਲਾ ਸਮਾਨ ਚੈੱਕ ਹੋ ਗਿਆ ਤਾਂ ਫਿਰ ਤੁਸੀਂ ਉਦੋਂ ਬਾਅਦ ਜਿਹੜੀ ਤੁਹਾਡੀ ਜਨਰਲ ਕਿੱਟ ਆ ਉਹ ਵੀ ਚੈੱਕ ਕਰ ਲੈਣੀ ਹੈ, ਜਿਹਦੇ ਵਿੱਚ ਇੱਕ ਕਿੱਟ ਹੋਏਗੀ, VOTING ਕੰਪਾਰਟਮੈਂਟ ਹੋਏਗਾ, ਦੂਸਰੇ ਸਾਰੇ ਫਾਰਮ ਹੋਣਗੇ, ਲਾਕ ਹੋਊਗੀ, ਫੱਟਾ ਹੋਊਗਾ, ਮੈਟਲ ਰੂਲ ਹੋਏਗਾ ਔਰ ਜਿਹੜਾ ਨਾਲ ਕੁਝ ਜਿਹੜੀਆਂ ਸਟੈਂਪਸ ਆ ਜਿਹੜੀਆਂ ਉਹ ਹੋਣਗੀਆਂ। ਇਹਦੇ ਬਿਨਾਂ ਜਿਹੜੀ ਤੁਹਾਡੇ ਸਪੈਸ਼ਲ ਐਨਵੈਲਪ ਉਹਦੇ ਵਿੱਚ ਇੱਕ ਡਿਸਟਿੰਗੁਇਸ਼ ਮਾਰਕ ਵੀ ਹੋਏਗਾ, ਜਿਹੜਾ ਪੋਲਿੰਗ ਸਟੇਸ਼ਨ ਤੁਹਾਨੂੰ ਅਲਾਟ ਹੋਇਆ ਉਹਦਾ ਡਿਸਟਿੰਗੁਇਸ਼ ਮਾਰਕ ਹੈ ਜਿਹੜਾ ਤੁਹਾਡਾ ਉਹ ਸਪੈਸ਼ਲ ਐਨਵੈਲਪ ਦੇ ਵਿੱਚ ਹੋਊਗਾ, ਜਿਹੜਾ ਨਾਲ ਹੋਊਗਾ। ਸੋ ਜਿਹੜਾ ਸਮਾਨ ਆ ਸਾਰਾ ਗਿਣ ਕੇ ਜਿਵੇਂ ਤੁਹਾਡੀ ਲਿਸਟ ਦੇ ਅਨੁਸਾਰ ਉਹਦੇ ਨਾਲ ਟੈਲੀ ਕਰਕੇ ਫਿਰ ਤੁਸੀਂ ਆਪਦੇ ਜਿਹੜੇ ਪੋਲਿੰਗ ਸਟੇਸ਼ਨ ਦੇ ਨਾਲ ਜਿਹੜੀਆਂ ਵੀ ਤੁਹਾਨੂੰ ਨਿਰਧਾਰਤ ਬੱਸਾਂ ਜਿਹੜੀਆਂ ਇਸ਼ੂ ਕੀਤੀਆਂ ਹੋਈਆਂ ਉਹਦੇ ਨਾਲ ਫੋਰਸ ਦੇ ਨਾਲ ਜਾਣਾ ਹੈ। ਔਰ ਮੇਰੀ ਬੇਨਤੀ ਇਹ ਆ ਕਿ ਪੋਲਿੰਗ ਸਟਾਫ ਇਹ ਗੱਲ ਨੂੰ ਪਲੀਜ਼ ਧਿਆਨ ਰੱਖ ਲਿਓ ਕਿ ਕਿਤੇ ਵੀ ਆਪਦੀ ਵਹੀਕਲ ਦੇ ਉੱਤੇ ਜਾਂ ਆਪਦੇ ਸਾਧਨ ਦੇ ਉੱਤੇ ਜਿਹੜਾ ਸਮਾਨ ਲੈ ਕੇ ਜਾਂ ਜਿਹੜੀ EVM ਲੈ ਕੇ ਕਿਤੇ ਵੀ ਪੋਲਿੰਗ ਸਟੇਸ਼ਨ ਦੇ ਉੱਤੇ ਨਾ ਹੀ ਜਾਣਾ, ਨਾ ਹੀ ਵਾਪਸੀ ਦੇ ਉੱਤੇ ਜਦੋਂ ਜਿਹੜੀ ਪੋਲਿੰਗ ਖਤਮ ਹੋਣਾ ਉਦੋਂ ਆਉਣਾ। ਸਿਰਫ ਨਿਰਧਾਰਤ ਬੱਸਾਂ ਦੇ ਉੱਤੇ ਔਰ ਫੋਰਸਸ ਦੇ ਜਿਹੜੀ ਹੈਗੀ ਆ ਅਲਾਟ ਕੀਤੀ ਆ ਉਹਦੇ ਨਾਲ ਹੀ ਆਪਾਂ ਉੱਥੇ ਆਪਦੇ ਪੋਲਿੰਗ ਸਟੇਸ਼ਨ ਦੇ ਉੱਤੇ ਪਹੁੰਚ ਜਾਣਾ।
ਸੋ ਪੋਲਿੰਗ ਸਟੇਸ਼ਨ ਦੇ ਉੱਤੇ ਜੇ ਤੁਸੀਂ ਪਹੁੰਚ ਗਏ ਤਾਂ ਪਹੁੰਚ ਕੇ ਤੁਸੀਂ ਉੱਥੇ ਜਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ, ਸਭ ਤੋਂ ਪਹਿਲਾਂ ਤਾਂ ਤੁਸੀਂ ਉੱਥੇ ਜਾ ਕੇ ਦੇਖਣਾ ਕਿ ਜਿਹੜਾ ਉੱਥੇ ਫਰਨੀਚਰ ਵਗੈਰਾ ਹੈ ਉਹ ਕੀ ਉੱਥੇ ਪੂਰਾ ਹੈ ਉਸ ਪੋਲਿੰਗ ਸਟੇਸ਼ਨ ਦੇ ਉੱਤੇ ਜਿੰਨਾ ਤੁਹਾਨੂੰ ਚਾਹੀਦਾ। ਬਾਕੀ ਜੋ ਵੀ ਤੁਹਾਨੂੰ ਉਸ ਤੋਂ ਬਾਅਦ ਪੋਸਟਰ ਵਗੈਰਾ ਮਿਲੇ ਆ ਉਸ ਪੋਲਿੰਗ ਸਟੇਸ਼ਨ ਦੇ ਉੱਤੇ ਚਿਪਕਾਉਣ ਦੇ ਲਈ, ਉਹਨਾਂ ਸਾਰੇ ਪੋਸਟਰਸ ਵਗੈਰਾ ਨੂੰ ਤੁਸੀਂ ਉਸ ਸ਼ਾਮ ਨੂੰ ਜਾ ਕੇ ਚਿਪਕਾ ਸਕਦੇ ਹੋ, ਉਹਨਾਂ ਦੀਆਂ ਐਂਟਰੀਆਂ ਨੂੰ ਚੈੱਕ ਕਰ ਸਕਦੇ ਹੋ। ਜੋ ਵੀ ਤੁਹਾਨੂੰ ਕੋਈ ਹੋਰ ਛੋਟੇ-ਮੋਟੇ ਜੋ ਸਟicker ਮਿਲੇ ਹੋਣਗੇ ਉਹ ਵੀ ਤੁਸੀਂ ਚਿਪਕਾ ਸਕਦੇ ਹੋ। ਔਰ ਨਾਲ ਦੀ ਨਾਲ ਹੀ ਤੁਸੀਂ ਆਪਦਾ ਜਿਹੜਾ ਤੁਹਾਨੂੰ ਸਾਰਾ ਸਮਾਨ ਮਿਲਿਆ ਉਹਨੂੰ ਜਾ ਕੇ ਉਸ ਸ਼ਾਮ ਨੂੰ ਤੁਸੀਂ ਤਰਤੀਬ ਦੇ ਵਿੱਚ ਕਰ ਲਓ ਕਿ ਐਨਵੈਲਪ ਕਿਹੜੇ ਆ, ਪਰਫਾਰਮੇ ਕਿਹੜੇ ਆ, ਔਰ ਉਹਨਾਂ ਪਰਫਾਰਮਿਆਂ ਦੇ ਉੱਤੇ ਔਰ ਐਨਵੈਲਪ ਦੇ ਉੱਤੇ ਜੋ ਤੁਹਾਡੇ ਪੋਲਿੰਗ ਸਟੇਸ਼ਨ ਦੇ ਸੰਬੰਧੀ ਜਿਹੜੀ ਮੁੱਢਲੀ ਜਾਣਕਾਰੀ ਆ ਉਹਨੂੰ ਭਰ ਸਕਦੇ ਹੋ ਤੁਸੀਂ। ਔਰ ਉਹਨਾਂ ਨੂੰ ਸਾਰਿਆਂ ਨੂੰ ਸਕਰੂਟੀਨਾਈਜ਼ ਕਰਕੇ ਭਰ ਕੇ ਤੇ ਨਾਲ ਦੀ ਨਾਲ ਹੀ ਉਸ ਪੋਲਿੰਗ ਸਟੇਸ਼ਨ ਦਾ ਜਿਹੜਾ BLO ਹੋਊਗਾ ਉਹਦੇ ਨਾਲ ਤੁਸੀਂ ਸੰਪਰਕ ਕਰਨਾ, ਜਾ ਕੇ ਲਾਈਟ ਵਗੈਰਾ ਦਾ ਅਰੇਂਜਮੈਂਟ ਆ ਉਹ ਵੀ ਤੁਸੀਂ ਦੇਖਣਾ ਹੈ, ਔਰ ਨਾਲ ਉੱਥੇ ਰੈਂਪ ਵਗੈਰਾ ਦੇ ਜਿਹੜੇ ਪ੍ਰਬੰਧ ਕੀਤੇ ਆ ਉਹਨੂੰ ਵੀ ਧਿਆਨ ਵਿੱਚ ਰੱਖਣਾ ਹੈ। ਔਰ ਨਾਲ ਦੀ ਨਾਲ ਹੀ ਤੁਸੀਂ ਕੀ ਕਰਨਾ ਕਿ ਜਿਹੜੇ ਦੂਸਰੇ ਦਿਨ ਦੇ ਲਈ ਪੋਲਿੰਗ ਏਜੰਟ ਹੋਣਗੇ ਉਹਨਾਂ ਨੂੰ ਸਮਾਂ ਦੇ ਦੇਣਾ ਹੈ, ਜਿੰਨੇ ਵਜੇ ਤੁਹਾਡੀ ਪੋਲ ਸਟਾਰਟ ਹੋਣੀ ਉਦੋਂ 1 ਘੰਟਾ ਪਹਿਲਾਂ ਦਾ, ਕਿ ਦੂਸਰੇ ਦਿਨ ਭਾਈ ਤੁਸੀਂ 1 ਘੰਟਾ ਪਹਿਲਾਂ ਜਿਹੜਾ ਪੋਲਿੰਗ ਸਟੇਸ਼ਨ ਦੇ ਉੱਪਰ ਜ਼ਰੂਰ ਪਹੁੰਚ ਜਾਣਾ, ਤਾਂ ਜੋ ਜਿਹੜੀ ਤੁਹਾਡੀ ਮੌਕ ਪੋਲ ਦੀ ਪ੍ਰਕਿਰਿਆ ਹੈ ਉਹ ਸਮੇਂ ਸਿਰ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਜਾ ਸਕੇ। ਸੋ ਹੁਣ ਜਦੋਂ ਤੁਹਾਡਾ ਦੂਸਰਾ ਦਿਨ ਜਿਹੜਾ ਚੜ ਗਿਆ, ਜਦੋਂ ਤੁਸੀਂ ਆਪਦੀ ਪੋਲ ਪ੍ਰਕਿਰਿਆ ਜਿਹੜੀ ਆਪਣੀ ਜਿਸ ਦਿਨ ਵੋਟਾਂ ਪੈਣੀਆਂ ਤਾਂ ਉਸ ਦਿਨ ਸਾਰੀ ਜਿਹੜੀ ਪੋਲਿੰਗ ਪਾਰਟੀ ਆ ਤੁਹਾਡੀ ਉਹ ਸਮੇਂ ਸਿਰ ਜਲਦੀ ਉੱਠ ਕੇ ਸੁਬਾਹ ਤਿਆਰ ਹੋ ਕੇ ਤੁਸੀਂ ਘੱਟੋ ਘੱਟ 1.5 ਘੰਟਾ ਜਦੋਂ ਤੁਹਾਡੀ ਪੋਲ ਸਟਾਰਟ ਹੋਣੀ ਆ ਤਾਂ 1 ਘੰਟਾ ਪਹਿਲਾਂ ਆਪਾਂ ਜਿਹੜੀ ਹੈਗੀ ਆ ਮੌਕ ਪੋਲ ਕਰਨੀ ਆ। ਸੋ ਮੌਕ ਪੋਲ ਦੇ ਲਈ ਮੇਰੀ ਬੇਨਤੀ ਇਹ ਆ ਕਿ ਜਿਹੜੀ ਤੁਹਾਡੀ EVM ਆ, ਜਿਵੇਂ ਅਸੀਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਟ੍ਰੇਨਿੰਗ ਦੇ ਵਿੱਚ ਵੀ ਦੱਸਿਆ ਕਿ ਉਹਨੂੰ ਤੁਸੀਂ ਵੋਟਿੰਗ ਕੰਪਾਰਟਮੈਂਟ ਆ ਜਿਹੜਾ ਤੁਸੀਂ ਆਪਦਾ ਸੈੱਟ ਕੀਤਾ ਹੋਇਆ ਉਹਦੇ ਵਿੱਚ ਤੁਸੀਂ ਇਹਦਾ VVPAT ਤੇ ਬੈਲਟ ਯੂਨਿਟ ਰੱਖ ਦੇਣਾ ਹੈ, ਤੇ ਕੰਟਰੋਲ ਯੂਨਿਟ ਆ ਜਿਹੜਾ ਉਹ ਤੁਹਾਡਾ APR ਉਹਦੇ ਕੋਲ ਹੋਣਾ। ਸੋ ਜਦੋਂ ਤੁਸੀਂ ਮੌਕ ਪੋਲ ਕਰਨੀ ਆ ਤਾਂ ਜਿਹੜੇ ਤੁਹਾਡੇ ਪੋਲਿੰਗ ਏਜੰਟ ਆ ਉਸ ਮੌਕੇ ਦੇ ਉੱਤੇ ਪਹੁੰਚ ਗਏ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈਗੀ ਆ ਮੌਕ ਪੋਲ ਕਰਨੀ ਆ। ਔਰ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਇੱਕ ਤੁਹਾਡਾ ਆਫੀਸਰ ਖੜ ਜਾਏਗਾ ਜਿੱਥੇ ਕਿ ਨੋਟ ਕਰੇਗਾ ਕਿ ਕਿਹੜਾ ਜਿਹੜਾ ਹੈਗਾ ਏਜੰਟ ਆ ਉਹ ਕਿਹੜੇ ਕੈਂਡੀਡੇਟ ਨੂੰ ਵੋਟਾਂ ਪਾ ਰਿਹਾ, ਔਰ ਇੱਕ ਜਿਹੜਾ ਹੈਗਾ ਇਹ ਤੁਹਾਡਾ ਪੋਲਿੰਗ ਆਫੀਸਰ ਆ ਜਾਂ ਪ੍ਰੈਜ਼ਾਈਡਿੰਗ ਆਫੀਸਰ ਖੁਦ ਆ ਜਿਹੜਾ ਉਹ ਕੰਟਰੋਲ ਯੂਨਿਟ ਕੋਲ ਜਿਹੜਾ ਖੜ ਜਾਏਗਾ। ਸੋ ਮੌਕ ਪੋਲ ਦੇ ਵਿੱਚ ਤੁਸੀਂ 50 ਵੋਟਾਂ ਜਿਹੜੀਆਂ ਉਹ ਤੁਸੀਂ ਪਾਉਣੀਆਂ ਇਨਕਲੂਡਿੰਗ ਨੋਟਾ, ਔਰ ਉਹਨਾਂ ਵੋਟਾਂ ਦਾ ਜਿਹੜਾ ਰਿਕਾਰਡ ਰੱਖਣਾ ਹੈ। ਉਸ ਤੋਂ ਬਾਅਦ ਮੌਕ ਪੋਲ ਕਰਨ ਤੋਂ ਬਾਅਦ ਜਦੋਂ 50 ਵੋਟਾਂ ਪਾ ਗਈਆਂ ਤਾਂ ਉਹਦਾ ਜਿਹੜਾ ਹੈਗਾ ਤੁਸੀਂ ਕੰਟਰੋਲ ਯੂਨਿਟ ਦੇ ਕਲੋਜ਼ ਨੱਪ ਕੇ ਉਸ ਤੋਂ ਬਾਅਦ ਰਿਜ਼ਲਟ ਸੈਕਸ਼ਨ ਨੂੰ ਖੋਲ ਕੇ ਰਿਜ਼ਲਟ ਵਾਲਾ ਬਟਨ ਪ੍ਰੈਸ ਕਰਕੇ ਰਿਜ਼ਲਟ ਲੈਣਾ ਹੈ, ਔਰ ਰਿਜ਼ਲਟ ਲੈ ਕੇ ਉਹਨੂੰ ਵੀ ਨੋਟ ਕਰਨਾ ਹੈ। ਫਿਰ ਤੁਸੀਂ ਉਸ ਤੋਂ ਬਾਅਦ ਜਿਹੜਾ VVPAT ਆ ਤੁਹਾਡਾ ਉਹਦੇ ਵਿੱਚ ਜਿਹੜੀਆਂ 57 ਪਰਚੀਆਂ ਡਿੱਗੀਆਂ, 7 ਜਿਹੜੀਆਂ ਪਹਿਲਾਂ ਡਿੱਗੀਆਂ ਔਰ 50 ਪਰਚੀਆਂ ਜਿਹੜੀਆਂ ਬਾਅਦ ਦੇ ਵਿੱਚ ਡਿੱਗੀਆਂ ਉਹਨਾਂ ਨੂੰ ਵੀ ਤੁਸੀਂ 7 ਪਰਚੀ ਨੂੰ ਅਲੱਗ ਕਰਕੇ 50 ਪਰਚੀਆਂ ਨੂੰ ਕੈਂਡੀਡੇਟ ਵਾਈਜ਼ ਜਿਨ੍ਹਾਂ ਨੂੰ ਜਿੰਨੀਆਂ ਵੋਟਾਂ ਪਈਆਂ ਉਹਨਾਂ ਨੂੰ ਅਲੱਗ ਕਰ ਲੈਣਾ। ਔਰ ਤਿੰਨੇ ਰਿਜ਼ਲਟ ਆ ਜਿਹੜੇ ਬੈਲਟ ਯੂਨਿਟ ਅਨੁਸਾਰ ਜਿਹੜੀ ਹੈਗੀ ਆ ਤੁਹਾਡੀ BU ਦੇ ਅਨੁਸਾਰ ਕਿਹੜੇ ਏਜੰਟ ਨੇ ਕਿੰਨੀਆਂ ਵੋਟਾਂ ਪਾਈਆਂ, VVPAT ਦੇ ਵਿੱਚੋਂ ਕੀ ਰਿਜ਼ਲਟ ਨਿਕਲਿਆ, ਤੁਹਾਡੀ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਪਰਚੀਆਂ ਦੇ ਅਨੁਸਾਰ ਰਿਜ਼ਲਟ ਜਿਹੜਾ ਉਹ ਆ ਗਿਆ। ਤੀਸਰਾ ਕੰਟਰੋਲ ਯੂਨਿਟ ਅਨੁਸਾਰ ਰਿਜ਼ਲਟ ਆ ਗਿਆ। ਟੈਲੀ ਕਰਕੇ ਤੁਸੀਂ ਫਿਰ ਉਹਨਾਂ ਨੂੰ ਮੌਕ ਪੋਲ ਜਿਹੜਾ ਸਰਟੀਫਿਕੇਟ ਆ ਉਹ ਫਿਲ ਕਰਨਾ ਹੈ, ਔਰ ਉਹਦੇ ਉੱਤੇ ਜਿਹੜੇ ਤੁਹਾਡੇ ਪੋਲਿੰਗ ਏਜੰਟ ਆ ਉਹਨਾਂ ਦੇ ਜਿਹੜੇ ਸਿਗਨੇਚਰ ਕਰਵਾਉਣੇ ਆ। ਉਸ ਤੋਂ ਬਾਅਦ ਜਿਹੜਾ ਕੰਟਰੋਲ ਯੂਨਿਟ ਦੇ ਵਿੱਚ ਜਿਹੜਾ ਰਿਜ਼ਲਟ ਲਿਆ ਹੈ ਤੁਸੀਂ ਉਹਨੂੰ ਕਲੀਅਰ ਬਟਨ ਜਿਹੜਾ ਪ੍ਰੈਸ ਕਰਕੇ CRC ਪੂਰੀ ਕੰਪਲੀਟ ਕਰਕੇ ਜਿਹੜਾ ਰਿਜ਼ਲਟ ਆ ਮੌਕ ਪੋਲ ਦਾ ਉਹਨੂੰ ਡਿਲੀਟ ਕਰ ਦੇਣਾ। ਤੇ ਦੂਸਰੀ ਬੇਨਤੀ ਇਹ ਹੈ ਕਿ ਨਾਲ ਦੀ ਨਾਲ ਹੀ ਜਿਹੜਾ VVPAT ਆ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ 57 ਪਰਚੀਆਂ ਆਈਆਂ ਏ ਉਹਨਾਂ 57 ਪਰਚੀਆਂ ਨੂੰ ਡ੍ਰੌਪ ਬਾਕਸ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੇ ਵਿੱਚ ਪਿਛਲੇ ਪਾਸੇ ਮੌਕ ਪੋਲ ਸਲਿੱਪਸ ਨਾਂ ਦੀ ਜਿਹੜੀ ਸਟੈਂਪ ਮਿਲੀ ਹੋਊਗੀ ਉਹਨੂੰ ਸਟੈਂਪ ਲਾ ਕੇ ਉਹਨਾਂ ਨੂੰ ਇੱਕ ਬਲੈਕ ਐਨਵੈਲਪ ਦੇ ਵਿੱਚ ਪਾ ਕੇ ਫਿਰ ਪਲਾਸਟਿਕ ਦੇ ਜਿਹੜੇ ਬਾਕਸ ਦੇ ਵਿੱਚ ਪਾ ਕੇ ਪੈਂਕ ਪੇਪਰ ਸੀਲ ਲਾ ਕੇ ਉਹਨੂੰ ਅਲੱਗ ਕਰ ਲੈਣਾ। ਔਰ ਇਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਆ ਮਸ਼ੀਨ ਆ ਉਹਨੂੰ ਐਕਚੁਅਲ ਪੋਲਿੰਗ ਦੇ ਲਈ ਤਿਆਰ ਕਰਨਾ ਹੈ। ਉਹਦੇ ਲਈ ਜਿਹੜੀ ਸਭ ਤੋਂ ਪਹਿਲਾਂ ਕੰਟਰੋਲ ਯੂਨਿਟ ਆ ਜਿਹੜਾ ਉਹਨੂੰ ਤੁਸੀਂ ਸਵਿਚ ਆਫ ਕਰ ਲੈਣਾ ਹੈ। ਨਾਲ ਦੀ ਨਾਲ ਹੀ ਜਿਹੜਾ ਤੁਹਾਡਾ VVPAT ਆ ਉਹਨੂੰ ਵੀ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਕਰ ਲੈਣਾ ਹੈ, ਔਰ ਇਹਨਾਂ ਦੇ ਕਨੈਕਸ਼ਨ ਜਿਹੜੇ VVPAT ਤੇ ਜਿਹੜੇ CU ਦੇ ਉਹ ਅਲੱਗ-ਅਲੱਗ ਕਰ ਲੈਣੇ ਆ। ਔਰ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹਨੂੰ ਤੁਸੀਂ ਸਟ੍ਰੈਪ ਸੀਲ ਦੇ ਨਾਲ, ਗ੍ਰੀਨ ਪੇਪਰ ਸੀਲ ਦੇ ਨਾਲ ਤੇ ਸਪੈਸ਼ਲ ਟੈਗ ਦੇ ਨਾਲ ਸੀਲ ਕਰ ਲੈਣਾ ਹੈ। ਸੀਲ ਦੇ ਉੱਤੇ ਆਪਦੇ ਸਿਗਨੇਚਰ ਕਰਨੇ ਆ, ਸਪੈਸ਼ਲ ਟੈਗ ਦੇ ਉੱਤੇ ਆਪਦੇ ਸਿਗਨੇਚਰ ਕਰਨੇ ਆ, ਨਾਲ ਪੋਲਿੰਗ ਏਜੰਟਾਂ ਦੇ ਸਿਗਨੇਚਰ ਕਰਵਾਉਣੇ ਆ। ਔਰ ਨਾਲ ਦੀ ਨਾਲ ਹੀ ਜਿਹੜਾ ਤੁਹਾਡਾ ਡ੍ਰੌਪ ਬਾਕਸ ਆ VVPAT ਦਾ ਉਹਨੂੰ ਵੀ ਤੁਸੀਂ ਐਡਰੈਸ ਟੈਗ ਦੇ ਨਾਲ ਸੀਲ ਕਰਨਾ ਹੈ। ਸੋ ਇਹ ਸੀਲ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਦੇ ਡਾਕੂਮੈਂਟ ਤਿਆਰ ਕਰ ਲੈਣੇ ਆ ਤੇ ਔਰ ਐਕਚੁਅਲ ਪੋਲ ਆ ਜਿਹੜੀ ਜਿੰਨੇ ਸਮੇਂ ਵਜੇ ਨਿਰਧਾਰਿਤ ਕੀਤਾ ਹੋਊਗਾ ਉਹਨੇ ਵਜੇ ਜਿਹੜੀ ਹੈਗੀ ਆਪਾਂ ਉਹ ਸ਼ੁਰੂ ਕਰਨੀ ਆ। ਸੋ ਜਿਹੜਾ ਸਮਾਂ ਸਾਡੇ ਮਾਨਯੋਗ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤਾ ਜਾਏਗਾ ਕਿ ਆਪਾਂ 19 ਵਜੇ ਵੋਟਾਂ ਸ਼ੁਰੂ ਕਰਨੀਆਂ, 19 ਵਜੇ ਆਪਾਂ ਜਿਹੜੀ ਅਸਲ ਪੋਲਿੰਗ ਆ ਹੁਣ ਉਹ ਸ਼ੁਰੂ ਕਰ ਦੇਣੀ ਆ। ਅਸਲ ਪੋਲਿੰਗ ਦੇ ਲਈ ਤੁਹਾਡੇ ਕੋਲੇ ਜਿਹੜੇ ਵੋਟਰ ਆ ਉਹ ਆਉਣੇ ਸ਼ੁਰੂ ਹੋਣਗੇ। ਇਹਦੇ ਵਿੱਚ ਜਿਹੜੇ ਵੱਖੋ ਵੱਖਰੇ ਪ੍ਰੈਜ਼ਾਈਡਿੰਗ ਆਫੀਸਰ ਤੋਂ ਲੈ ਕੇ ਪੋਲਿੰਗ ਆਫੀਸਰ ਤੱਕ ਕੀ ਡਿਊਟੀਜ਼ ਆ ਆਪਾਂ ਸਭ ਤੋਂ ਪਹਿਲਾਂ ਉਹਦੇ ਬਾਰੇ 'ਚ ਗੱਲ ਕਰਦੇ ਹਾਂ ਕਿ ਜਿਹੜਾ ਪਹਿਲਾ ਪੋਲਿੰਗ ਆਫੀਸਰ ਆ ਜਿਹਦੇ ਕੋਲੇ ਸਭ ਤੋਂ ਪਹਿਲਾਂ ਵੋਟਰ ਆਊਗਾ ਉਹਦੀ ਕੀ ਡਿਊਟੀ ਹੋਏਗੀ।
ਸਾਡਾ ਜਿਹੜਾ ਉਹ ਪੋਲਿੰਗ ਆਫੀਸਰ ਆ ਉਹ ਮਾਰਕਡ ਕਾਪੀ ਜਿਹੜੀ ਸਾਡੀ ਹੋਏਗੀ, ਵੋਟਰ ਸੂਚੀ ਜਿਹੜੀ ਮਾਰਕ ਕੀਤੀ ਹੋਏਗੀ ਉਹਦੇ ਲਈ ਰਿਸਪੌਂਸੀਬਲ ਹੋਏਗਾ। ਸੋ ਜਦੋਂ ਵੋਟਰ ਆਏਗਾ ਤਾਂ ਸਾਡਾ ਪਹਿਲਾ ਪੋਲਿੰਗ ਆਫੀਸਰ ਸਾਡੇ ਉਸ ਵੋਟਰ ਦੀ ਮਾਰਕਡ ਕਾਪੀ ਦੇ ਨਾਲ ਮਿਲਾਨ ਕਰੂਗਾ ਔਰ ਉਹਦੀ ਪਹਿਚਾਣ ਕਰੂਗਾ। ਜਿਹੜਾ ਵੀ ਉਹ ਦਸਤਾਵੇਜ਼ ਲੈ ਕੇ ਆਇਆ, ਐਪਿਕ ਲੈ ਕੇ ਆਇਆ, ਜਿਹੜਾ ਤੁਹਾਡਾ ਵੋਟਰ ਸ਼ਨਾਖਤੀ ਕਾਰਡ ਆ ਉਹ ਲੈ ਕੇ ਆਊਗਾ ਜਾਂ ਕੋਈ ਆਲਟਰਨੇਟ ਡਾਕੂਮੈਂਟ ਲਾ ਕੇ ਆਊਗਾ, ਉਹਦੇ ਨਾਲ ਵੋਟਰ ਸੂਚੀ ਦੇ ਵਿੱਚ ਜੋ ਉਹਦਾ ਜਿੱਥੇ ਵੀ ਨੰਬਰ ਹੋਊਗਾ, ਜਿਹੜਾ ਭਾਗ ਹੋਊਗਾ ਉਹਦੇ ਵਿੱਚ ਉਹਦਾ ਮਿਲਾਨ ਕੀਤਾ ਜਾਊਗਾ। ਔਰ ਜਦੋਂ ਉਹਨੂੰ ਠੀਕ ਲੱਗ ਗਿਆ ਕਿ ਹਾਂ ਇਹ ਉਹੀ ਵੋਟਰ ਆ ਤਾਂ ਉਹਨੂੰ ਉਸ ਵੋਟਰ ਨੂੰ ਉਸ ਮਾਰਕਡ ਕਾਪੀ ਦੇ ਵਿੱਚ ਅੰਡਰਲਾਈਨ ਕਰੂਗਾ। ਜੇਕਰ ਉਹ ਮੇਲ ਹੈ ਤਾਂ ਅੰਡਰਲਾਈਨ ਕਰੂਗਾ, ਜੇ ਫੀਮੇਲ ਹੈ ਤਾਂ ਅੰਡਰਲਾਈਨ ਵੀ ਕਰੂਗਾ ਔਰ ਨਾਲ ਦੀ ਨਾਲ ਟਿਕ ਕਰੂਗਾ। ਔਰ ਇਹ ਜਦੋਂ ਟਿਕ ਕਰ ਦਿੱਤੀ ਤਾਂ ਜਿਹੜਾ ਵੋਟਰ ਆ ਉਹ ਦੂਸਰੇ ਪੋਲਿੰਗ ਆਫੀਸਰ ਕੋਲ ਚਲਾ ਜਾਊਗਾ। ਦੂਸਰੇ ਪੋਲਿੰਗ ਆਫੀਸਰ ਜਿਹੜਾ ਹੈਗਾ ਏ ਉਹ ਇੱਕ ਤਾਂ 17A ਰਜਿਸਟਰ, ਜਿਹੜਾ ਰਜਿਸਟਰ ਆਫ ਵੋਟਰਸ ਆ ਉਹਦਾ ਰਿਸਪੌਂਸੀਬਲ ਹੋਊਗਾ, ਇੱਕ ਵੋਟਰ ਸਲਿੱਪਾਂ ਦਾ ਰਿਸਪੌਂਸੀਬਲ ਹੋਏਗਾ, ਦੂਸਰੀ ਜਿਹੜੀ ਅਮੈਟ ਚਾਹੀ ਆ ਇੰਡੈਲੀਬਲ ਇੰਕ ਆ ਉਹਦਾ ਜ਼ਿੰਮੇਵਾਰ ਹੋਊਗਾ। ਸੋ ਸਭ ਤੋਂ ਪਹਿਲਾਂ ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਪਹਿਲੇ ਵੋਟਰ ਪੋਲਿੰਗ ਆਫੀਸਰ ਨੇ ਇਸ ਵੋਟਰ ਨੂੰ ਕਲੀਅਰ ਕਰਤਾ ਤਾਂ ਸਾਡਾ ਜਿਹੜਾ ਸੈਕੰਡ ਪੋਲਿੰਗ ਆਫੀਸਰ ਆ ਉਹ 17A ਦੇ ਵਿੱਚ ਉਹਦੀ ਜਿਹੜੀ ਹੈ ਐਂਟਰੀ ਕਰੂਗਾ। 17A ਦੇ ਵਿੱਚ ਰਜਿਸਟਰ ਦੇ 5 ਕਾਲਮ ਹੋਣਗੇ। ਪਹਿਲੇ ਵਿੱਚ ਜਿਹੜਾ ਤੁਹਾਡਾ ਲੜੀ ਨੰਬਰ ਆ, ਜਿਹੜਾ ਕੰਟੀਨਿਊਟੀ ਦੇ ਵਿੱਚ ਵੋਟਰ ਆਉਣਗੇ ਉਹ ਹੋਊਗਾ। ਦੂਸਰੇ ਕਾਲਮ ਦੇ ਵਿੱਚ ਜਿਹੜਾ ਤੁਹਾਡਾ ਵੋਟਰ ਸੂਚੀ ਦੇ ਵਿੱਚ ਉਹਦਾ ਕੀ ਲੜੀ ਨੰਬਰ ਆ ਉਹ ਹੋਊਗਾ। ਔਰ ਤੀਸਰੇ ਕਾਲਮ ਦੇ ਵਿੱਚ ਜਿਹੜਾ ਹੋਊਗਾ ਕਿ ਉਸ ਵੋਟਰ ਨੇ ਕਿਹੜਾ ਸ਼ਨਾਖਤੀ ਕਾਰਡ ਲੈ ਕੇ ਆਂਦਾ ਹੈ। ਜੇ ਉਹਨੇ ਐਪਿਕ ਲੈ ਕੇ ਆਂਦਾ ਹੈ ਤਾਂ ਉਹਦਾ ਵਰਣਨ ਕਰਨਾ ਹੈ, ਜੇ ਉਹਨੇ ਕੋਈ ਆਲਟਰਨੇਟ ਡਾਕੂਮੈਂਟ ਲੈ ਕੇ ਆਂਦਾ ਤਾਂ ਉਹਦਾ ਵਰਣਨ ਕਰਨਾ ਹੈ। ਤੇ ਨਾਲ ਦੀ ਨਾਲ ਹੀ ਇਸ ਕਾਲਮ ਦੇ ਵਿੱਚ ਜਿਹੜੇ 4 ਅੱਖਰ ਆ, ਆਖਰੀ ਅੱਖਰ ਆ ਜਿਹੜੇ ਤੁਹਾਡੇ ਅੰਕ ਆ, ਜੇ ਐਪਿਕ ਆ ਤਾਂ ਆਪਾਂ ਲਿਖ ਕੇ ਉਹਦੇ ਸਾਹਮਣੇ ਲਿਖ ਦੇਣਾ EP ਤੇ ਨਾਲ ਉਹ ਜਿਹੜੇ 4 ਅੰਕ ਆ ਜਿਹੜੇ ਉਸ ਐਪਿਕ ਦੇ ਉਹ ਨਾਲ ਵਰਣਨ ਕਰਨਾ ਹੈ। ਤੇ ਜੇ ਕੋਈ ਆਧਾਰ ਕਾਰਡ ਲੈ ਕੇ ਆਇਆ, ਆਧਾਰ ਕਾਰਡ ਲੈ ਕੇ ਉਹਦੇ ਜਿਹੜੇ 4 ਅੰਕ ਆ ਉਹ ਲਿਖ ਦੇਣਾ। ਤੇ ਨਾਲ ਹੀ ਫਿਰ ਜਿਹੜਾ ਅਗਲਾ ਜਿਹੜਾ ਚੌਥਾ ਕਾਲਮ ਆ ਤਾਂ ਉਸ ਕਾਲਮ ਦੇ ਵਿੱਚ ਉਹਦੇ ਜਿਹੜੇ ਹੈਗੇ ਆ ਦਸਤਖਤ ਲੈ ਲੈਣੇ ਆ। ਜੇ ਉਹ ਫਰਜ਼ ਕਰ ਲਓ ਅੰਗੂਠਾ ਲਾਉਂਦਾ ਤਾਂ ਉਹਦਾ ਜਿਹੜਾ ਅੰਗੂਠਾ ਲੈ ਲੈਣਾ। ਤੇ ਇੱਕ ਰਿਮਾਰਕਸ ਵਾਲਾ ਕਾਲਮ ਹੋਏਗਾ। ਰਿਮਾਰਕਸ ਵਾਲੇ ਕਾਲਮ ਦੇ ਵਿੱਚ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰੂੰਗਾ ਕਿ ਉੱਥੇ ਆਪਾਂ ਕੀ ਕੁਝ ਲਿਖਣਾ ਹੈ। ਸੋ ਇਹ ਜਦੋਂ ਤੁਸੀਂ ਜਿਹੜਾ 17A ਦੇ ਵਿੱਚ ਦੀ ਐਂਟਰੀ ਕਰ ਲਈ ਤਾਂ ਉਸ ਤੋਂ ਬਾਅਦ ਜਿਹੜੀ ਵੋਟਰ ਸਲਿੱਪ ਆ ਜਿਹੜੀ ਉਹ ਤੁਹਾਨੂੰ ਦਿੱਤੀਆਂ ਜਾਣਗੀਆਂ, ਵੋਟਰ ਸਲਿੱਪ ਉਹ ਉਹਨੂੰ ਇਸ਼ੂ ਕਰਨੀ ਆ। ਵੋਟਰ ਸਲਿੱਪ ਦੇ ਉੱਤੇ ਜਿਹੜਾ ਹੈਗਾ ਇੱਕ ਤਾਂ ਤੁਸੀਂ ਉਹਦਾ ਸੀਰੀਅਲ ਨੰਬਰ ਜਿਹੜਾ 17A ਦੇ ਵਿੱਚ ਆ ਉਹ ਲਿਖੋਗੇ ਤੇ ਦੂਸਰਾ ਜਿਹੜਾ ਹੋਊਗਾ ਉਹਦਾ ਸੀਰੀਅਲ ਨੰਬਰ ਜਿਹੜਾ ਉਹਦਾ ਵੋਟਰ ਸੂਚੀ ਦੇ ਵਿੱਚ ਆ ਉਹ ਲਿਖੋਗੇ। ਤੇ ਜਿਹੜਾ ਸੈਕੰਡ ਪੋਲਿੰਗ ਆਫੀਸਰ ਆ ਉਹਦੇ ਇਨੀਸ਼ੀਅਲ ਵੀ ਵੋਟਰ ਸਲਿੱਪ ਦੇ ਕਰੂਗਾ। ਔਰ ਵੋਟਰ ਸਲਿੱਪ ਦੇਣ ਤੋਂ ਬਾਅਦ ਇੰਡੈਲੀਬਲ ਇੰਕ ਆ ਜਿਹੜੀ ਖੱਬੇ ਹੱਥ ਦੀ ਵਿੱਚ ਜਿਹੜਾ ਸਾਡਾ ਅੰਗੂਠੇ ਦੇ ਨਾਲ ਦੀ ਉਂਗਲ ਆ, ਖੱਬੇ ਹੱਥ ਦੇ ਅੰਗੂਠੇ ਦੇ ਨਾਲ ਦੀ ਉਂਗਲ ਆ ਜਿਹੜੀ ਇਸ ਤਰ੍ਹਾਂ ਦੀ ਉਂਗਲ ਆ, ਇਸ ਤਰ੍ਹਾਂ ਲਾਈਨ ਦੇ ਰੂਪ ਦੇ ਵਿੱਚ 9 ਦੇ ਉੱਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਆ ਜਿਹੜੀ ਇੰਡੈਲੀਬਲ ਇੰਕ ਆ ਇੱਕ ਲਾਈਨ ਦੇ ਰੂਪ ਦੇ ਵਿੱਚ ਆ ਜਿਹੜੀ ਉਹ ਲਾਊਗਾ ਅਮਿਟ ਸ਼ਾਹੀ। ਔਰ ਉਸ ਤੋਂ ਬਾਅਦ ਵੋਟਰ ਸਲਿੱਪ ਲੈ ਕੇ ਜਿਹੜਾ ਸਾਡਾ ਵੋਟਰ ਆ ਉਹ ਤੀਸਰੇ ਪੋਲਿੰਗ ਆਫੀਸਰ ਕੋਲ ਚਲਾ ਜਾਊਗਾ ਜਿਹਨੂੰ APRO ਕਹਿੰਦੇ ਆ, ਜਿਹੜਾ ਕਿ ਕੰਟਰੋਲ ਯੂਨਿਟ ਦਾ ਜ਼ਿੰਮੇਵਾਰ ਹੋਊਗਾ। ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਸ APRO ਕੋਲ ਹੋਊਗਾ। ਔਰ ਜਦੋਂ ਉਹ ਜਾ ਕੇ ਉਹਨੂੰ ਸਲਿੱਪ ਦੇਊਗਾ ਤਾਂ ਸਾਡਾ ਤੀਸਰਾ ਜਿਹੜਾ ਪੋਲਿੰਗ ਆਫੀਸਰ ਆ APRO ਆ ਉਹ ਜਿਹੜੀਆਂ ਵੋਟਰ ਸਲਿੱਪਾਂ ਜਿਹੜੀ ਵੋਟਰ ਸਲਿੱਪ ਆ ਉਹ ਕਲੈਕਟ ਕਰੂਗਾ, ਉਹਨੂੰ ਇੱਕ ਲਿਫਾਫੇ ਦੇ ਵਿੱਚ ਸਾਂਭ ਕੇ ਰੱਖੂਗਾ। ਉਸ ਵੋਟਰ ਸਲਿੱਪ ਨੂੰ APRO ਸਾਹਿਬਾਨ ਨੋਟ ਕਰ ਲਓ, ਤੁਸੀਂ ਉਹ ਇੱਕ ਲਿਫਾਫੇ ਦੇ ਵਿੱਚ ਉਹਨੂੰ ਸਾਂਭ ਕੇ ਰੱਖੋਗੇ। ਔਰ ਉਸ ਵੋਟਰ ਸਲਿੱਪ ਨੂੰ ਲੈ ਕੇ ਉਸ ਤੋਂ ਬਾਅਦ ਕੰਟਰੋਲ ਯੂਨਿਟ ਦਾ ਜਿਹੜਾ ਬੈਲਟ ਸੈਕਸ਼ਨ ਆ ਉੱਥੋਂ ਬੈਲਟ ਪੇਪਰ ਇਸ਼ੂ ਕਰੋਗੇ। ਔਰ ਵੋਟਰ ਆ ਜਿਹੜਾ ਉਹਨੂੰ ਕਹੋਗੇ ਕਿ ਜਾ ਤੂੰ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਜਾ ਕੇ ਜਿਹੜੀ ਵੋਟ ਆ ਉਹ ਪਾ। ਜਦੋਂ ਤੁਸੀਂ ਬੈਲਟ ਪੇਪਰ ਇਸ਼ੂ ਕਰਤਾ ਤਾਂ CU ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹਦਾ ਜਿਹੜਾ ਰੈੱਡ ਲੈਂਪ ਆ ਉਹ ਔਨ ਹੋ ਜਾਊਗਾ। ਔਰ ਜਦੋਂ ਵੋਟਰ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਚਲਾ ਗਿਆ ਤੇ ਜਦੋਂ ਉਹ ਬੈਲਟ ਯੂਨਿਟ ਦਾ ਜਿਹੜਾ ਬਟਨ ਆ ਉਹ ਪ੍ਰੈਸ ਕਰੂਗਾ ਤਾਂ ਇੱਕ ਲੰਬੀ ਬੀਪ ਦੀ ਆਵਾਜ਼ ਆ ਜਿਹੜੀ ਉਹ ਆਊਗੀ ਕੰਟਰੋਲ ਯੂਨਿਟ ਦੇ ਵਿੱਚੋਂ। ਸੋ APRO ਸਾਹਿਬਾਨ ਨੇ ਨੋਟ ਕਰਨ ਕਿ ਜਿੰਨਾ ਚਿਰ ਉਹ ਲੰਬੀ ਬੀਪ ਦੀ ਆਵਾਜ਼ ਆਏਗੀ ਉਨਾ ਚਿਰ ਵੋਟ ਆ ਜਿਹੜੀ ਉਹ ਕਾਸਟ ਹੋ ਰਹੀ ਹੋਏਗੀ ਉਸ ਕੈਂਡੀਡੇਟ ਨੂੰ ਜਿਹਨੂੰ ਵੋਟਰ ਵੋਟ ਪਾ ਰਿਹਾ। ਸੋ ਉਹਨਾਂ ਚਿਰ ਆਪਾਂ ਨੈਕਸਟ ਜਿਹੜਾ ਵੋਟਰ ਆ ਉਹਨੂੰ ਬੈਲਟ ਯੂਨਿਟ ਦੇ ਉੱਤੋਂ ਜਿਹੜਾ ਬੈਲਟ ਪੇਪਰ ਆ ਇਸ਼ੂ ਨਹੀਂ ਕਰਨਾਗਾ। ਸੋ ਜਦੋਂ ਇਹ ਪ੍ਰੋਸੈਸ ਕੰਪਲੀਟ ਹੋ ਗਿਆ ਤਾਂ ਜਿਹੜਾ ਵੋਟਰ ਆ ਉਹ ਵੋਟਿੰਗ ਕੰਪਾਰਟਮੈਂਟ ਦੇ ਵਿੱਚੋਂ ਬਾਹਰ ਆ ਜਾਊਗਾ। ਸੋ ਇਸ ਤਰ੍ਹਾਂ ਸੈਕੰਡ ਵੋਟਰ ਆਊਗਾ, ਸੈਕੰਡ ਵੋਟਰ ਦੇ ਨਾਲ ਵੀ ਇਹ ਪ੍ਰੋਸੀਜਰ ਜਿਹੜਾ ਇਹ ਹੋਏਗਾ। ਸੋ ਇਸੇ ਤਰ੍ਹਾਂ ਜਿਹੜੀਆਂ ਸ਼ਾਮ ਤੱਕ ਤੁਸੀਂ ਵੋਟਾਂ ਜਿਹੜੀਆਂ ਆਪਦੀਆਂ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੀਆਂ ਪਵਾਓਗੇ, ਪ੍ਰੈਜ਼ਾਈਡਿੰਗ ਆਫੀਸਰ ਆਪਦੇ ਜਿਹੜੇ ਡਾਕੂਮੈਂਟ ਆ ਉਹ ਤਿਆਰ ਕਰੂਗਾ ਔਰ ਸਾਰੀ ਪ੍ਰਕਿਰਿਆ ਨੂੰ ਧਿਆਨ 'ਚ ਰੱਖੂਗਾ। ਇਹ ਜਦੋਂ ਪ੍ਰਕਿਰਿਆ ਚੱਲੂਗੀ ਤਾਂ 2-2 ਘੰਟੇ ਦੇ ਬਾਅਦ ਤੁਸੀਂ ਜਿਹੜੀਆਂ ਕਿੰਨੀਆਂ ਵੋਟਾਂ ਪੈ ਗਈਆਂ ਇਹਦਾ ਵੇਰਵਾ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਸੈਕਟਰ ਅਫਸਰ ਨੂੰ ਦੇਗਾ। ਉਹਦੇ ਲਈ ਤੁਸੀਂ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹਦਾ ਟੋਟਲ ਬਟਨ ਪ੍ਰੈਸ ਕਰਕੇ ਦੇਖੋਗੇ ਕਿ ਕਿੰਨੀਆਂ ਵੋਟਾਂ ਪੈ ਗਈਆਂ। ਔਰ ਇਹਦੇ ਲਈ ਮੇਰੀ ਬੇਨਤੀ ਇਹ ਹੈ ਕਿ ਟੋਟਲ ਬਟਨ ਆਪਾਂ ਸਿਰਫ ਉਦੋਂ ਹੀ ਪ੍ਰੈਸ ਕਰਨਾ ਹੈ ਜਦੋਂ ਕੰਟਰੋਲ ਯੂਨਿਟ ਦਾ ਰੈੱਡ ਬਟਨ ਆ ਜਿਹੜਾ ਉਹ ਆਫ ਪੋਜੀਸ਼ਨ ਦੇ ਵਿੱਚ ਹੋਵੇ ਤੇ ਕੋਈ ਵੀ ਵੋਟਰ ਆ ਜਿਹੜਾ VOTING ਕੰਪਾਰਟਮੈਂਟ ਦੇ ਵਿੱਚ ਨਾ ਹੋਵੇ। ਪਹਿਲੀ ਗੱਲ ਤਾਂ ਇਹ ਧਿਆਨ ਰੱਖਣੀ ਆ। ਦੂਸਰੀ ਬੇਨਤੀ ਇਹ ਆ ਕਿ ਤੁਸੀਂ VOTING ਪ੍ਰਕਿਰਿਆ ਦੇ ਦਰਮਿਆਨ
ਪ੍ਰੈਜ਼ਾਈਡਿੰਗ ਆਫੀਸਰ ਇਹ ਵੀ ਧਿਆਨ ਰੱਖੂਗਾ ਕਿ ਜੋ 17A ਦੇ ਵਿੱਚ ਟੋਟਲ ਵੋਟਾਂ ਪੈ ਗਈਆਂ ਜਾਂ ਪੈ ਰਹੀਆਂ ਜਿੰਨੀ ਗਿਣਤੀ ਪੈ ਗਈ ਕਿ ਉਹਦਾ ਮਿਲਾਨ ਕਰਨਾ ਤੁਸੀਂ ਕੰਟਰੋਲ ਯੂਨਿਟ ਦੇ ਨਾਲ ਟੋਟਲ ਵੋਟਾਂ ਦੇ ਨਾਲ ਕਿ ਕੀ ਟੋਟਲ ਵੋਟਾਂ ਸੀਯੂ ਦੇ ਵਿੱਚ ਵੀ ਓਨੀਆਂ ਹੀ ਆ ਜਿੰਨੀਆਂ 17A ਦੇ ਵਿੱਚ ਆ। ਇਸ ਚੀਜ਼ ਨੂੰ ਇਨਸ਼ੋਰ ਕਰਨਾ ਔਰ ਲਾਸਟ ਦੇ ਵਿੱਚ ਵੀ ਜਦੋਂ ਤੁਹਾਡੀ ਪੋਲ ਪ੍ਰੋਸੈਸ ਦਾ ਕੰਪਲੀਟ ਹੋ ਜਾਊਗੀ ਉਦੋਂ ਵੀ ਤੁਸੀਂ ਦੇਖਣਾ ਕਿ 17A ਦੇ ਵਿੱਚ ਵੀ ਲਾਸਟ ਵੋਟਰਾਂ ਦੀ ਗਿਣਤੀ ਓਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਤੁਹਾਡੀ ਕੰਟਰੋਲ ਯੂਨਿਟ ਦੇ ਵਿੱਚ ਗਿਣਤੀ ਹੈਗੀ ਆ। ਸੋ ਇਹ ਗੱਲਾਂ ਦਾ ਖਾਸ ਆ ਜਿਹੜਾ ਉਹ ਖਿਆਲ ਰੱਖਣਾ ਚੋਣ ਪ੍ਰਕਿਰਿਆ ਦੇ ਦਰਮਿਆਨ। ਸੋ ਜਦੋਂ ਤੁਹਾਡੀ ਪੋਲ ਪ੍ਰੋਸੈਸ ਖਤਮ ਹੋ ਗਈ, ਜਦੋਂ ਲਾਸਟ ਵੋਟਰ ਜਿਹੜਾ ਤੁਹਾਡਾ ਵੋਟ ਪਾ ਗਿਆ, ਤਾਂ ਉਸ ਤੋਂ ਬਾਅਦ ਕੰਟਰੋਲ ਯੂਨਿਟ ਨੂੰ ਤੁਸੀਂ ਕਲੋਜ਼ ਬਟਨ ਪ੍ਰੈਸ ਕਰਕੇ ਕਲੋਜ਼ ਕਰ ਦੇਣਾ ਹੈ ਔਰ ਪਿਛਲੇ ਪਾਸਿਓਂ ਜਿਹੜੀ ਸਵਿਚ ਦਿੱਤੀ ਹੋਈ ਆ ਉਹਨੂੰ ਆਫ ਕਰਨਾ ਹੈ ਔਰ ਜਿਹੜੇ ਕਨੈਕਸ਼ਨ ਆ ਸਾਰੇ ਉਹ ਲਾ ਦੇਣੇ ਆ। ਨਾਲ ਜਿਹੜਾ ਤੁਹਾਡਾ ਵੀਵੀਪੈਟ ਆ ਉਹਨੂੰ ਤੁਸੀਂ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਕਰ ਦੇਣਾ ਹੈ। ਸਾਰੇ ਕਨੈਕਸ਼ਨ ਲਾ ਕੇ ਸਾਰੇ ਹਿੱਸਿਆਂ ਨੂੰ ਈਵੀਐਮ ਦਿਆਂ ਨੂੰ ਕੇਸਸ ਦੇ ਵਿੱਚ ਬੰਦ ਕਰਕੇ ਐਡਰੈਸ ਟੈਗ ਦੇ ਨਾਲ ਸੀਲ ਕਰਕੇ ਤੁਸੀਂ ਦੂਸਰੀ ਸਟੈਚਰੀ ਨਾਨ ਸਟੈਚਰੀ ਦੇ ਨਾਲ ਜਿਹੜਾ ਹੈਗਾ ਉਹ ਲੈ ਕੇ ਜਾਣਾ। ਇਹਦੇ ਵਿੱਚ ਇੱਕ ਗੱਲ ਹੋਰ ਆ ਜਾਂਦੀ ਹੈ, ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਹਾਡੀ ਪੋਲ ਪ੍ਰੋਸੈਸ ਖਤਮ ਹੋਣ ਵਾਲੀ ਹੁੰਦੀ ਆ ਤਾਂ ਤੁਸੀਂ ਕੀ ਦੇਖਦੇ ਹੋ ਕਿ ਕਈ ਵਾਰੀ ਇੱਕ ਗਲਤੀ ਹੁੰਦੀ ਆ ਕਿ ਤੁਹਾਡੇ ਕੋਲੇ ਵੋਟਰ ਕੋਈ ਲਾਈਨ ਦੇ ਵਿੱਚ ਖੜਾ ਨਹੀਂ ਹੁੰਦਾ ਪਰ APRO ਬੈਲਟ ਪੇਪਰ ਆ ਜਿਹੜਾ ਕੰਟਰੋਲ ਯੂਨਿਟ ਤੋਂ ਇਸ਼ੂ ਕਰ ਦਿੰਦਾ। ਸੋ ਪਿਛਲੇ ਪਾਸੇ ਕੋਈ ਵੋਟਰ ਨਹੀਂ ਵੋਟ ਪਾਉਣ ਦੇ ਲਈ ਪਰ ਬੈਲਟ ਪੇਪਰ ਇਸ਼ੂ ਕਰਤਾ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਕੰਟਰੋਲ ਯੂਨਿਟ ਆ ਉਹਨੂੰ ਬੈਕ ਸਾਈਡ ਤੋਂ ਸਵਿਚ ਆਫ ਕਰ ਦੇਣੀ ਆ ਉਹਦੀ ਔਰ ਨਾਲ ਦੀ ਨਾਲ ਹੀ ਜਿਹੜਾ ਵੀਵੀਪੈਟ ਆ ਜਿਹੜਾ ਕਨੈਕਟ ਕੀਤਾ ਹੋਇਆ ਉਹਨੂੰ ਡਿਸਕਨੈਕਟ ਕਰ ਦੇਣਾ ਕੰਟਰੋਲ ਯੂਨਿਟ ਦੇ ਨਾਲੋਂ। ਜਦੋਂ ਇਹ ਪ੍ਰੋਸੈਸ ਕਰ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਡਾ ਕੱਲਾ ਜਿਹੜਾ ਕੰਟਰੋਲ ਯੂਨਿਟ ਆ ਤੁਹਾਡੇ ਕੋਲੇ ਰਹਿ ਜਾਣਾ। ਤਾਂ ਕੰਟਰੋਲ ਯੂਨਿਟ ਨੂੰ ਦੁਬਾਰਾ ਸਵਿਚ ਔਨ ਕਰੋ, ਉਹਦੇ ਨਾਲ ਬੈਲਟ ਪੇਪਰ ਜਿਹੜਾ ਇਸ਼ੂ ਕੀਤਾ ਹੋਇਆ ਤੁਹਾਡਾ ਬਿਜ਼ੀ ਲੈਂਪ ਚੱਲਦਾ ਸੀ ਤੁਹਾਡਾ ਉਹ ਜਿਹੜਾ ਬੰਦ ਹੋ ਜਾਊਗਾ ਰੈੱਡ ਲੈਂਪ। ਤੇ ਇਦੋਂ ਬਾਅਦ ਤੁਸੀਂ ਕਲੋਜ਼ ਬਟਨ ਪ੍ਰੈਸ ਕਰਕੇ EVM ਨੂੰ ਕਲੋਜ਼ ਕਰੋ। ਕਲੋਜ਼ ਕਰਨ ਤੋਂ ਬਾਅਦ ਫਿਰ ਸਵਿਚ ਆਫ ਕਰਕੇ ਦੁਬਾਰਾ ਤੁਸੀਂ ਜਿਹੜਾ ਹੈਗਾ ਉਹਨੂੰ ਫਿਰ ਉਹਦੇ ਕੇਸਸ ਦੇ ਵਿੱਚ ਬੰਦ ਕਰਕੇ ਜਿਹੜੀ ਹੈਗੀ ਆ ਉਹਦੀ ਸੀਲਿੰਗ ਕਰ ਸਕਦੇ ਹੋ। ਸੋ ਇਹ ਸੀ ਸਾਡਾ ਜਿਹੜਾ ਤੁਹਾਡਾ ਸਾਰੀ VOTING ਪ੍ਰੋਸੈਸ ਆ ਜਿਹੜੀ ਉਹਨੂੰ ਆਪਾਂ ਪੂਰਿਆਂ ਕਿਵੇਂ ਕਰਨਾ ਹੈ। ਇਹ ਤੋਂ ਬਿਨਾ ਜਦੋਂ ਅਸੀਂ VOTING ਪ੍ਰੋਸੈਸ ਚੱਲਦੀ ਹੁੰਦੀ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਹੋਰ ਵੀ ਗੱਲਾਂ ਜਿਹਦਾ ਧਿਆਨ ਰੱਖਣਾ, ਜਿਹਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ, ਉਹਨਾਂ ਸਥਿਤੀਆਂ ਦੇ ਨਾਲ ਆਪਾਂ ਨਜਿੱਠਣਾ ਕਿਵੇਂ ਆ। ਸੋ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਜੇ ਫਰਜ਼ ਕਰ ਲਓ ਤੁਹਾਡੀ VOTING ਪ੍ਰੋਸੈਸ ਚੱਲੀ ਜਾਂਦੀ ਆ, ਕੋਈ ਵੋਟਰ ਆ ਜਾਂਦਾ ਵੋਟ ਪਾਉਣ ਦੇ ਲਈ, ਜਦੋਂ ਸਾਡਾ ਪਹਿਲਾ ਪੋਲਿੰਗ ਆਫੀਸਰ ਇਹ ਨੋਟ ਕਰਦਾ ਮਾਰਕਡ ਕਾਪੀ ਦੇ ਵਿੱਚ ਦੇਖਦਾ ਕਿ ਇਹਦੀ ਤਾਂ ਵੋਟ ਭਾਈ ਪਹਿਲਾਂ ਹੀ ਕਾਸਟ ਹੋ ਗਈ, ਤਾਂ ਫਿਰ ਆਪਾਂ ਕੀ ਕਰਨਾ ਹੈ। ਫਿਰ ਉਸ ਵੋਟਰ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਟੈਂਡਰ ਵੋਟ ਦੀ ਪ੍ਰੋਵੀਜ਼ਨ ਰੱਖੀ ਆ। ਤੁਹਾਨੂੰ 20 ਬੈਲਟ ਪੇਪਰ ਦਿੱਤੇ ਜਾਣਗੇ। ਉਸ ਵੋਟਰ ਦੀ ਆਪਾਂ ਜਿਹੜੀ ਵੋਟ ਆ ਉਹ EVM ਮਸ਼ੀਨ ਦੇ ਵਿੱਚ ਨਹੀਂ ਪਾਉਣੀ, ਉਹਦੀ ਟੈਂਡਰ ਵੋਟ ਪਾਉਣੀ ਆ। ਉਹਦੇ ਲਈ ਤੁਹਾਨੂੰ ਇੱਕ 17B ਪਰਫਾਰਮਾ ਜਿਹੜਾ ਉਹ ਦਿੱਤਾ ਜਾਊਗਾ। ਉਹਦੇ ਲਈ ਤੁਸੀਂ ਕੀ ਕਰਨਾ ਕਿ ਉਸ ਵੋਟਰ ਨੂੰ ਬੈਲਟ ਪੇਪਰ ਆ ਜਿਹੜਾ ਉਹ ਟੈਂਡਰ ਬੈਲਟ ਪੇਪਰ ਜਿਹੜਾ ਤੁਹਾਨੂੰ ਦਿੱਤਾ ਜਾਊਗਾ, ਬੈਲਟ ਪੇਪਰ ਇਸ਼ੂ ਕਰ ਦੇਣਾ ਹੈ ਔਰ ਉਹਨੂੰ ਐਰੋ ਮਾਰਕ ਦੇਣੀ ਆ। VOTING ਕੰਪਾਰਟਮੈਂਟ ਦੇ ਵਿੱਚ ਜਾਊਗਾ, EVM ਦੇ ਰਾਹੀਂ ਵੋਟ ਨਹੀਂ ਪਾਊਗਾ। ਉਸ ਬੈਲਟ ਪੇਪਰ ਦੇ ਸਾਹਮਣੇ ਜੋ ਨਿਸ਼ਾਨ ਦਿੱਤੇ ਹੋਣਗੇ ਕੈਂਡੀਡੇਟਸ ਦੇ, ਉਹਦੇ ਉੱਪਰ ਉਹ ਮੋਹਰ ਲਾ ਕੇ ਤੁਹਾਨੂੰ ਬੈਲਟ ਪੇਪਰ ਆ ਜਿਹੜਾ ਉਹ ਲਿਆ ਕੇ ਦੇ ਦੇਗਾ। ਤੁਸੀਂ ਉਹਨੂੰ ਇੱਕ ਐਨਵੈਲਪ ਦੇ ਵਿੱਚ ਪਾ ਕੇ ਸੀਲ ਕਰਕੇ ਰੱਖੋਗੇ। ਇਸੇ ਤਰ੍ਹਾਂ ਜੇ ਕੋਈ ਹੋਰ ਵੋਟਰ ਆ ਗਿਆ ਜਿਹਦੀ ਵੀ ਇਹ ਤੁਹਾਨੂੰ ਨੋਟਿਸ 'ਚ ਆਇਆ ਕਿ ਉਹਦੀ ਵੋਟ ਵੀ ਕੋਈ ਪਾ ਗਿਆ, ਉਹਨੂੰ ਵੀ ਤੁਸੀਂ ਟੈਂਡਰ ਬੈਲਟ ਪੇਪਰ ਹੀ ਇਸ਼ੂ ਕਰੋਗੇ। ਉਹ ਟੈਂਡਰ ਬੈਲਟ ਪੇਪਰ ਜਿੰਨੇ ਵੀ ਆਉਣਗੇ ਉਹਨਾਂ ਸਾਰਿਆਂ ਨੂੰ ਤੁਸੀਂ ਐਨਵੈਲਪ ਦੇ ਵਿੱਚ ਸੀਲ ਕਰਕੇ ਉਹਦੀ ਲਿਸਟ ਆ ਜਿਹੜੀ 17B ਦੇ ਵਿੱਚ ਬਣਾ ਕੇ ਇਹਨੂੰ ਆਪਾਂ ਬਾਅਦ ਦੇ ਵਿੱਚ ਸਟੈਚਰੀ ਆ ਜਿਹੜੀ ਸਾਡੀ ਉਹਦੇ ਵਿੱਚ ਜਮ੍ਹਾਂ ਕਰਵਾਵਾਂਗੇ। ਅਗਲੀ ਗੱਲ ਆ ਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਵੋਟਰ ਫਰਜ਼ ਕਰ ਲਓ ਵੋਟ ਪਾਉਣ ਆ ਗਿਆ ਤੇ ਜਿਹੜੇ ਪੋਲਿੰਗ ਏਜੰਟ ਆ ਉਹ ਜਿਹੜੇ ਹੈਗੇ ਆ ਕੋਈ ਚੈਲੰਜ ਕਰ ਦਿੰਦਾ ਹੈ ਕਿ ਇਹ ਤਾਂ ਜੀ ਸਾਡਾ ਇਸ ਪੋਲਿੰਗ ਸਟੇਸ਼ਨ ਦਾ ਵੋਟਰ ਹੀ ਨਹੀਂ। ਉਹ ਚੈਲੰਜ ਕਰਦਾ ਤਾਂ ਉਹ ਤੋਂ ਤੁਸੀਂ 2 ਰੁਪਏ ਦੀ ਚੈਲੰਜ ਫੀਸ ਆ ਜਿਹੜੀ ਉਹ ਰਿਸੀਵ ਕਰਨੀ ਆ, ਰਸੀਦ ਆ ਜਿਹੜੀ ਉਹਨੂੰ ਕੱਟ ਕੇ ਦੇਣੀ ਆ। ਤੇ ਨਾਲ ਹੀ ਉਸ ਪੋਲਿੰਗ ਏਜੰਟ ਨੂੰ ਜਾਂ ਚੈਲੰਜ ਕਰਨ ਵਾਲੇ ਨੂੰ ਕਹਿਣਾ ਕਿ ਤੂੰ ਭਾਈ ਡਾਕੂਮੈਂਟਰੀ ਪ੍ਰੂਫ ਦੇ ਕਿ ਜਿਹੜਾ ਤੁਹਾਡਾ ਵੋਟਰ ਆ ਇਸ ਪੋਲਿੰਗ ਸਟੇਸ਼ਨ ਦਾ ਨਹੀਂਗਾ। ਸੋ ਜੇ ਉਹ ਪ੍ਰੂਫ ਦੇ ਦਿੱਤੇ ਉਹਨੇ, ਤੁਹਾਨੂੰ ਇਹ ਲੱਗ ਗਿਆ ਕਿ ਵਾਕਈ ਇਹ ਵੋਟਰ ਆ ਜਿਹੜਾ ਉਹ VOTING ਜਿਹੜਾ ਤੁਹਾਡਾ ਪੋਲਿੰਗ ਸਟੇਸ਼ਨ ਉਹਦਾ ਵੋਟਰ ਨਹੀਂਗਾ, ਤੇ ਨਾਲ ਹੀ ਜਿਹੜਾ ਵੋਟ ਪਾਉਣ ਆਇਆ ਉਹਨੂੰ ਕਹਿਣਾ ਕਿ ਤੂੰ ਪ੍ਰੂਫ ਦੇ ਕਿ ਤੂੰ ਇਸ ਪੋਲਿੰਗ ਸਟੇਸ਼ਨ ਦਾ ਮੈਂਬਰ ਹੈ। ਜੇ ਫਰਜ਼ ਕਰ ਲਓ ਉਹਨੇ ਸਬੂਤ ਦਿੱਤੇ, ਜਿਹਨੇ ਚੈਲੰਜ ਕੀਤਾ ਹੈ ਕਿ ਵੋਟਰ ਨਹੀਂਗਾ ਤੇ ਉਹਦੇ ਤੋਂ ਕੋਈ ਸਬੂਤ ਨਾ ਦਿੱਤਾ ਗਿਆ ਜਿਹੜਾ ਵੋਟ ਪਾਉਣ ਆਇਆ ਕਿ ਉਹ ਵਾਕਈ ਉਹਦਾ ਵੋਟਰ ਨਹੀਂਗਾ, ਉਹ ਜਾਲੀ ਵੋਟਰ ਆ, ਤਾਂ ਤੁਸੀਂ ਉਹਨੂੰ ਜਿਹੜਾ ਪੁਲਿਸ ਦੇ ਹਵਾਲੇ ਕਰ ਦੇਣਾ। ਚੈਲੰਜ ਵੋਟਾਂ ਦੀ ਜਿਹੜੀ ਸੂਚੀ ਆ ਉਹ ਤੁਹਾਡੀ ਬੁਕਲੇਟ ਨੰਬਰ 3 ਦੇ ਵਿੱਚ ਪਰਫਾਰਮਾ ਦਿੱਤਾ ਉਹ ਵੀ ਭਰ ਲੈਣਾ ਔਰ ਪੁਲਿਸ ਜਿਹੜੀ ਆ ਉਸ ਵਿਅਕਤੀ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰੂਗੀ। ਜੇ ਤੁਹਾਨੂੰ ਇਹ ਲੱਗਿਆ ਕਿ ਉਹ ਬੰਦਾ ਪ੍ਰੂਫ ਨਹੀਂ ਦੇ ਸਕਿਆ ਜਿਹਨੇ ਚੈਲੰਜ ਕੀਤਾ ਤੇ ਉਸ ਬੰਦੇ ਨੇ ਪ੍ਰੂਫ ਦਿੱਤਾ ਜਿਹੜਾ ਵੋਟ ਪਾਉਣ ਆਇਆ, ਤਾਂ ਤੁਸੀਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਦੇ ਦੇਣਾ। ਅਗਲੀ ਗੱਲ ਇਹ ਤੋਂ ਬਿਨਾ ਇੱਕ ਤੁਹਾਨੂੰ ਦਿੱਤੀ ਜਾਊਗੀ ASD ਵੋਟਰਸ ਦੀ ਲਿਸਟ। ਉਹਦੇ ਵਿੱਚ ਐਬਸੈਂਟ ਤੇ ਸ਼ਿਫਟਡ ਵੋਟਰਸ ਹੋਣਗੇ। ਜੇ ASD ਵੋਟਰਸ ਦੀ ਲਿਸਟ ਦੇ ਵਿੱਚੋਂ ਕੋਈ ਵੋਟਰ ਵੋਟ ਪਾਉਣ ਆ ਗਿਆ ਤਾਂ ਇਹਦੇ ਲਈ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ।
ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਚੰਗੀ ਤਰ੍ਹਾਂ ਪਹਿਚਾਣ ਕਰਨੀ ਆ ਕਿ ਜਿਹੜਾ ਵੀ ਉਹ ਪਹਿਚਾਣ ਪੱਤਰ ਲੈ ਕੇ ਆਊਗਾ ਕਿ ਵਾਕਈ ਉਹ AASD ਵੋਟਰ ਆ, ਜਿਹੜਾ ਉਹ ਜਾਇਜ਼ ਵੋਟਰ ਆ। ਦੂਸਰੇ ਨੰਬਰ ਦੇ ਉੱਤੇ ਤੁਹਾਨੂੰ ਇੱਕ ਨੈਕਸਚਰ 16 ਹੈ, ਉਹਦੇ ਵਿੱਚ ਉਸ ASD ਵੋਟਰ ਤੋਂ ਸਭ ਤੋਂ ਪਹਿਲਾਂ ਇੱਕ ਡੈਕਲੇਰੇਸ਼ਨ ਲੈਣੀ ਆ ਤੁਸੀਂ ਕਿ ਵਾਕਈ ਉਹ ਇੱਕ ਇਸ ਜਿਹੜਾ ਪੋਲਿੰਗ ਸਟੇਸ਼ਨ ਆ ਉਹਦਾ ਇਹ ਵੋਟਰ ਆ। ਤੇ ਦੂਜਾ, ਜਦੋਂ ਉਹਦੀ ਵੋਟ ਪਾਉਣੀ ਆ ਤਾਂ 17A ਦੇ ਵਿੱਚ ਜਿੱਥੇ ਤੁਸੀਂ ਦਸਤਖਤ ਕਰਵਾਉਣੇ ਆ ਤਾਂ ਉਸ ASD ਵੋਟਰ ਦਾ ਅੰਗੂਠੇ ਦਾ ਨਿਸ਼ਾਨ ਵੀ ਲਵਾਉਣਾ ਤੇ ਨਾਲ ਜਿਹੜਾ ਰਿਮਾਰਕਸ ਹੋਊਗਾ ਉਹਦੇ ਵਿੱਚ ਤੁਸੀਂ 17A ਦੇ ਰਿਮਾਰਕਸ ਦੇ ਵਿੱਚ ASD ਲਿਖਣਾ ਹੈ। ASD ਵਰਡ ਪੂਰਾ ਪਾਉਣਾ, ਜਿਹੜਾ ASD ਵੋਟਰ ਹੋਣਗੇ ਉਹਨਾਂ ਦੀ ਵੋਟ ਪਾਉਣ ਦਾ ਖਿਆਲ ਰੱਖਣ ਤੋਂ ਵੋਟ ਪਾਉਣ ਤੋਂ ਪਹਿਲਾਂ। ਅਗਲੇ ਤੁਹਾਡੇ ਕੋਲੇ ਜਿਹੜੀ ਸੀਰੀਜ਼ ਦੇ ਕੁਝ ਵੋਟਰ ਇਸ ਤਰ੍ਹਾਂ ਦੇ ਕੁਝ ਆਉਣਗੇ ਜਿਹੜੇ ਬਲਾਈਂਡ ਤੇ ਇਨਫਰਮ ਵੋਟਰ ਹੋਣਗੇ ਤੁਹਾਡੇ। ਉਹ ਵੋਟਰ ਜੇ ਫਰਜ਼ ਕਰ ਲਓ ਖੁਦ ਵੋਟ ਨਹੀਂ ਪਾ ਸਕਦੇ ਤਾਂ ਉਹਨਾਂ ਨੂੰ ਰੂਲ 49N ਦੇ ਅਧੀਨ ਆਪਾਂ ਇੱਕ ਕੰਪੇਨੀਅਨ, ਇੱਕ ਸਹਿਯੋਗੀ ਦੀ ਜਿਹੜੀ ਹੈਗੀ ਆ ਪ੍ਰੋਵੀਜ਼ਨ ਕੀਤੀ ਗਈ ਆ। ਸੋ ਉਹਦੇ ਲਈ ਜੇ ਫਰਜ਼ ਕਰੋ ਬਲਾਈਂਡ ਐਂਡ ਇਨਫਰਮ ਵੋਟਰ ਆਉਂਦਾ ਹੈ ਤੇ ਉਹ ਕੰਪੇਨੀਅਨ ਲੈ ਕੇ ਆਉਂਦਾ ਤਾਂ ਫਾਰਮ 14A ਜਿਹੜਾ ਤੁਹਾਡਾ ਅਸੀਂ ਦਿੱਤਾ ਹੋਇਆ ਤੁਹਾਨੂੰ ਨਾਲ ਹੋਊਗਾ, ਸਾਡੀ ਬੁਕਲੇਟ ਨੰਬਰ 3 ਦੇ ਵਿੱਚ ਦਿੱਤਾ ਹੈ, ਉਹ ਭਰਵਾ ਕੇ ਆਪਾਂ ਬਲਾਈਂਡ ਐਂਡ ਇਨਫਰਮ ਵੋਟਰਸ ਆ ਜਿਹੜੇ ਉਹਨਾਂ ਦੀ ਵੋਟ ਆ ਜਿਹੜੀ ਉਹ ਇਸ ਤਰ੍ਹਾਂ ਕੰਪੇਨੀਅਨ ਦੇ ਨਾਲ ਪਵਾ ਸਕਦੇ ਆ। ਸੋ ਇਸ ਤੋਂ ਬਿਨਾ ਜਿਹੜੇ ਬਲਾਈਂਡ ਐਂਡ ਇਨਫਰਮ ਵੋਟਰਸ ਤੋਂ ਬਿਨਾ ਹੁਣ ਤੁਹਾਡੇ ਟੈਂਡਰ ਵੋਟ ਵੀ ਹੋਗੀ, ਚੈਲੰਜ ਵੋਟ ਵੀ ਹੋਗੀ, ਔਰ ਇਸ ਤੋਂ ਬਿਨਾ ਕੁਝ ਖਾਸ ਰੂਲ ਆ ਜਿਹੜੇ ਉਹਨਾਂ ਦਾ ਧਿਆਨ ਰੱਖਣਾ। ਪਹਿਲਾ ਰੂਲ ਤਾਂ ਇਹ ਆ ਕਿ ਜੇ ਫਰਜ਼ ਕਰ ਲਓ ਤੁਹਾਡਾ ਕੋਈ ਵੋਟਰ ਇਹ ਕਹਿੰਦਾ ਜਦੋਂ ਵੋਟ ਪਾਉਣ ਆਉਂਦਾ ਹੈ ਕਿ ਭਾਈ ਜਿਹੜੀ ਤੁਹਾਡੀ ਵੀਵੀਪੈਟ ਦੀ ਡਿਸਪਲੇ ਯੂਨਿਟ ਆ ਉਹਦੇ ਵਿੱਚ ਜਿਹੜੇ ਕੈਂਡੀਡੇਟ ਨੂੰ ਮੈਂ ਵੋਟ ਪਾਈ ਆ, ਪਰਚੀ ਆ ਜਿਹੜੀ ਉਹ ਉਸ ਕੈਂਡੀਡੇਟ ਨੂੰ ਨਹੀਂ ਡਿੱਗਦੀ ਜਿਹਨੂੰ ਮੈਂ ਵੋਟ ਪਾਉਣਾ, ਇਹਦੇ ਵਿੱਚ ਡਿਫੈਕਟ ਆ, ਉਹ ਚੈਲੰਜ ਕਰਦਾ ਤਾਂ ਤੁਸੀਂ ਉਸ ਚੈਲੰਜ ਨੂੰ ਇੱਕ ਪਰਫਾਰਮੈਂਸ ਦੇ ਰੂਪ ਦੇ ਵਿੱਚ ਐਕਸੈਪਟ ਕਰਨਾ ਹੈ। ਉਸ ਨੂੰ ਪਰਫਾਰਮਾ ਜਿਹੜਾ ਨੈਕਸਟ 15 ਦੇ ਵਿੱਚ ਡੈਕਲੇਰੇਸ਼ਨ ਆ, ਉਹ ਵੋਟਰ ਆ ਜਿਹੜਾ ਜੇ ਉਹ ਭਰ ਦਿੰਦਾ ਹੈ ਨੈਕਸਟ 15 ਦੇ ਵਿੱਚ ਡੈਕਲੇਰੇਸ਼ਨ ਤਾਂ ਆਪਾਂ ਉਹ ਚੈਲੰਜ ਨੂੰ ਕਬੂਲ ਕਰਨਾ ਔਰ ਨਾਲ ਹੀ ਉਹਨੂੰ ਇਹ ਕਹਿ ਦੇਣਾ ਕਿ ਜੇ ਭਾਈ ਤੂੰ ਗਲਤ ਹੋ ਗਿਆ, ਜੇ ਅਸੀਂ ਟੈਸਟ ਵੋਟ ਆ ਇੱਕ ਜਿਹੜੀ ਅਸੀਂ ਪਵਾਵਾਂਗੇ, ਪਰ ਜੇ ਸਾਡਾ ਵੀਵੀਪੈਟ ਠੀਕ ਹੋਇਆ ਤਾਂ IPC ਦੀ ਧਾਰਾ 177 ਦੇ ਅਧੀਨ 6 ਮਹੀਨੇ ਦੀ ਕੈਦ ਜਾਂ 1000 ਰੁਪਏ ਦਾ ਜੁਰਮਾਨਾ ਹੋ ਸਕਦਾ। ਪਰ ਫਿਰ ਵੀ ਜੇ ਉਹ ਵੋਟਰ ਬੇਜਦਾ, ਜੇ ਕਹੂਗਾ ਨਹੀਂ ਭਾਈ ਮੈਨੂੰ ਤਾਂ ਸ਼ੱਕ ਆ ਵੀ ਜਾਂ ਮੈਨੂੰ ਕਲੀਅਰ ਆ ਵੀ ਜਿਹੜੀ ਉਹ ਪਰਚੀ ਨਹੀਂ ਡਿੱਗਦੀ, ਤਾਂ ਤੁਸੀਂ ਉਹਦੀ ਤਸੱਲੀ ਕਰਵਾਉਣੀ ਆ। ਸੋ ਤੁਸੀਂ ਉਹ ਡੈਕਲੇਰੇਸ਼ਨ ਭਰਵਾ ਕੇ ਇੱਕ ਟੈਸਟ ਵੋਟ ਆ ਜਿਹੜੀ ਉਹ ਪਵਾਓਗੇ ਉਸ ਵੋਟਰ ਤੋਂ ਔਰ ਉਹਦਾ 17A ਦੇ ਵਿੱਚ ਵਰਣਨ ਕਰੋਗੇ ਕਿ ਕਿਹੜੇ ਕੈਂਡੀਡੇਟ ਨੂੰ ਜਿਹੜੀ ਉਹ ਟੈਸਟ ਵੋਟ ਆ ਪਵਾਈ ਗਈ ਆ। ਸੋ ਉਦੋਂ ਫਿਰ ਤੁਸੀਂ ਜਾ ਕੇ ਬੈਲਟ ਪੇਪਰ ਤੋਂ ਬੈਲਟ ਯੂਨਿਟ ਆ ਜਿਹੜਾ ਇਸ਼ੂ ਕੀਤਾ ਜਾਊਗਾ, ਪ੍ਰੈਜ਼ਾਈਡਿੰਗ ਆਫੀਸਰ ਖੁਦ VOTING ਕੰਪਾਰਟਮੈਂਟ ਦੇ ਵਿੱਚ ਉਸ ਵੋਟਰ ਦੇ ਨਾਲ ਜਾਊਗਾ ਔਰ ਦੇਖੂਗਾ ਕਿ ਵਾਕਈ ਜਿਹੜੀ ਉਹ ਪਰਚੀ ਆ ਕਿਹਨੂੰ ਡਿੱਗ ਰਹੀ ਹੈ। ਜੇਕਰ ਉਹ ਚੈਲੰਜ ਕਰਨ ਵਾਲੇ ਦਾ ਚੈਲੰਜ ਠੀਕ ਹੋ ਗਿਆ, ਵੋਟਰ ਪਰਚੀ ਆ ਜਿਹੜੀ ਕਿਸੇ ਹੋਰ ਨੂੰ ਪੈ ਰਹੀ ਆ, ਤਾਂ ਵੀਵੀਪੈਟ ਆ ਜਾਂ ਜਿਹੜੀ ਉਹ ਸਾਡੀ EVM ਉਹ ਰਿਪਲੇਸ ਕੀਤੀ ਜਾਊਗੀ ਔਰ ਇਹਦੀ ਸੂਚਨਾ ਜਿਹੜੀ ਉਹ ਰਿਟਰਨਿੰਗ ਆਫੀਸਰ ਨੂੰ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆ ਉਹ ਦੇਊਗਾ। ਜੇ ਪਰ ਸਾਡੀ ਜਿਹੜੀ ਉਹ ਪਰਚੀ ਆ ਉਸੇ ਕੈਂਡੀਡੇਟ ਨੂੰ ਹੀ ਡਿੱਗੀ ਵੀਵੀਪੈਟ ਦੀ, ਜਿਹੜੇ ਕੈਂਡੀਡੇਟ ਨੂੰ ਅਸੀਂ ਉਹਨੇ ਸਾਡੇ ਪੋਲਿੰਗ ਏਜੰਟ ਨੇ ਵੋਟ ਪਾਈ ਆ, ਤਾਂ ਇਹਦਾ ਮਤਲਬ ਆ ਵੀ ਉਹਨੇ ਸਾਡੇ ਨਾਲ ਜਿਹੜਾ ਹੈਗਾ ਧੋਖਾ ਕੀਤਾ, ਜਾਣਬੁੱਝ ਕੇ ਇਸ ਚੋਣ ਪ੍ਰਕਿਰਿਆ ਨੂੰ ਉਲਝਾਇਆ। ਸੋ ਉਹਦੀ ਜਿਹੜੀ ਸੂਚਨਾ ਹੈ ਪ੍ਰੈਜ਼ਾਈਡਿੰਗ ਆਫੀਸਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਸਬੰਧਤ ਜਿਹੜਾ ਪੁਲਿਸ ਸਟੇਸ਼ਨ ਉਹਨੂੰ ਲਿਖਤੀ ਤੌਰ ਤੇ ਦਿੱਤੀ ਜਾਊਗੀ। ਉਹ ਜਿਹੜਾ ਵਿਅਕਤੀ ਆ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਊਗਾ ਔਰ ਧਾਰਾ 177 ਦੇ ਅਧੀਨ ਆ ਜਿਹੜੀ ਉਹ ਤੇ ਕਾਰਵਾਈ ਹੋਊਗੀ। ਦੂਸਰੇ ਇੱਕ ਦੋ ਰੂਲ ਹੋਰ ਆ ਚੋਣ ਪ੍ਰਕਿਰਿਆ ਦੇ ਦਰਮਿਆਨ ਹੀ। ਫਰਜ਼ ਕਰ ਲਓ ਕਿ ਕੋਈ ਵੋਟਰ ਆ ਜਿਹੜਾ ਉਹ ਤੁਹਾਡੇ ਕੋਲੇ ਵੋਟ ਪਾਉਣ ਆ ਗਿਆ ਤੇ ਜਦੋਂ ਉਹ 17A ਦੇ ਵਿੱਚ ਉਹਦੀ ਇਨਫੋਰਮੇਸ਼ਨ ਅਸੀਂ ਭਰਤੀ ਤਾਂ ਉਦੋਂ ਉਹ ਕਹਿੰਦਾ ਵੀ ਮੈਂ ਤਾਂ ਸਾਈਨ ਕਰਨ ਤੋਂ ਬਾਅਦ ਵੀ ਕਹਿੰਦਾ ਵੀ ਮੈਂ ਤਾਂ ਜੀ ਜਿਹੜੇ ਹੈਗੇ ਆ ਵੋਟ ਪਾਉਣੀ ਨਹੀਂ। ਸੋ ਉਹਦੇ ਲਈ ਤੁਸੀਂ ਕੀ ਕਰ ਸਕਦੇ ਆ ਕਿ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਇੱਕ ਪ੍ਰੋਵੀਜ਼ਨ ਦਿੱਤੀ ਆ ਕਿ ਤੁਸੀਂ 17A ਦੇ ਜਿਹੜਾ ਰਿਮਾਰਕਸ ਵਾਲਾ ਕਾਲਮ ਆ ਉਹਦੇ ਵਿੱਚ ਜਿਹੜਾ ਉਹ ਸਾਡਾ ਫਸਟ ਪੋਲਿੰਗ ਆਫੀਸਰ ਆ ਉਹ ਲਿਖੂਗਾ ਕਿ ਰਿਫਿਊਜ਼ ਟੂ ਵੋਟ ਤੇ ਨਾਲ ਹੀ ਉਸ ਜਿਹੜਾ ਵੋਟਰ ਆ ਜਿਹੜਾ ਰਿਫਿਊਜ਼ ਕਰਦਾ ਉਹਦੇ ਉੱਤੇ ਆਪਾਂ ਸਿਗਨੇਚਰ ਕਰਵਾ ਲੈਣੇ ਆ। ਇਸ ਤੋਂ ਬਿਨਾਂ ਇੱਕ ਰੂਲ ਸਾਡਾ 49M ਆ ਕਿ ਜੇ ਫਰਜ਼ ਕਰ ਲਓ ਕਿ ਕੋਈ ਇਹੋ ਜਿਹਾ ਵੋਟਰ ਆ ਗਿਆ ਜਿਹੜਾ ਵੋਟ ਪਾਉਣ ਲੱਗਿਆ ਇਹ ਕਵੇ ਕਿ ਮੈਂ ਜਿਹੜੀ ਸੀਕ੍ਰੇਸੀ ਆ ਉਹਨੂੰ ਭੰਗ ਕਰਨਾ, ਮਤਲਬ ਕਿ ਮੈਂ ਤਾਂ ਦੱਸ ਕੇ ਵੋਟ ਪਾਉਣੀ ਆ ਜੀ ਵੀ ਮੈਂ ਕਿਹਨੂੰ ਵੋਟ ਪਾਉਣੀ ਆ, ਤਾਂ ਉਹਨੂੰ ਜਿਹੜਾ ਸਾਡਾ ਪ੍ਰੈਜ਼ਾਈਡਿੰਗ ਆਫੀਸਰ ਆ ਤੁਸੀਂ ਰੂਲ 49M ਦੇ ਅਧੀਨ ਆ ਜਿਹੜਾ ਉਹਨੂੰ ਤੁਸੀਂ ਮਨਾ ਕਰ ਸਕਦੇ ਹੋ ਵੋਟ ਪਾਉਣ ਦੇ। ਤੇ ਨਾਲ ਹੀ ਉਸ ਜਿਹੜਾ ਸਾਡਾ 17A ਆ ਉਹਦੇ ਰਿਮਾਰਕਸ ਦੇ ਵਿੱਚ ਲਿਖ ਸਕਦੇ ਹੋ ਵੋਟ ਦੇ ਸਾਹਮਣੇ ਕਿ ਨਾਟ ਅਲਾਉਡ ਟੂ ਵੋਟ ਅੰਡਰ ਰੂਲ 49M। ਉੱਥੇ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆ ਆਪਦੇ ਸਾਈਨ ਵੀ ਕਰੂਗਾ। ਸੋ ਇਹ ਸਾਡੇ ਦੋ ਰੂਲ ਜਿਹੜੇ ਸੀ ਸਾਡੇ ਮਹੱਤਵਪੂਰਨ ਰੂਲ ਸੀ। ਇਹ ਤੋਂ ਬਿਨਾ ਜੇ ਫਰਜ਼ ਕਰ ਲਓ ਕਿ ਤੁਹਾਨੂੰ ਕੋਈ ਵੋਟਰ ਪ੍ਰੈਜ਼ਾਈਡਿੰਗ ਆਫੀਸਰ ਨੂੰ ਇਹ ਸ਼ਿਕਾਇਤ ਕਰਦਾ ਹੈ ਕਿ ਸਾਡੇ ਜਿਹੜਾ ਬੈਲਟ ਯੂਨਿਟ ਆ ਉਹਦੇ ਵਿੱਚ ਕੋਈ ਡਿਫੈਕਟ ਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਰੂਲ 49
ਕਿਊ ਦੇ ਅਧੀਨ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆ ਉਹ VOTING ਕੰਪਾਰਟਮੈਂਟ ਨੂੰ ਜਾ ਕੇ ਨਾਲ ਚੈੱਕ ਕਰ ਸਕਦਾ। ਨਾਲ ਤੁਸੀਂ ਉਸ ਸਮੇਂ ਕਿਸੇ ਪੋਲਿੰਗ ਏਜੰਟ ਨੂੰ ਵੀ ਲਿਜਾ ਸਕਦੇ ਹੋ ਕਿ ਸਾਡੇ ਜਿਹੜੇ ਬੈਲਟ ਯੂਨਿਟ ਦੇ ਜਿਹੜੇ ਸਾਡੇ ਨੰਬਰ ਆ ਜਾਂ ਜਿਹੜੇ ਸਾਡੇ ਪੁਆਇੰਟ ਦਿੱਤੇ ਹੋਏ ਆ ਉਹ ਠੀਕ ਕੰਮ ਕਰ ਰਹੇ ਆ। ਸੋ ਪ੍ਰੈਜ਼ਾਈਡਿੰਗ ਆਫੀਸਰ ਨੂੰ ਅਧਿਕਾਰ ਆ ਰੂਲ 49 ਕਿਊ ਦੇ ਅਧੀਨ ਕਿ ਉਹ ਉੱਥੇ ਜਾ ਸਕਦਾ। ਅਗਲੀ ਗੱਲ ਜਿਹੜੀ ਆ ਜਾਂਦੀ ਹੈ ਕਿ 17A ਦੇ ਸੰਬੰਧ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜਾ 17A ਆ ਉਹਨੂੰ ਭਰਨ ਦੇ ਲਈ ਆਪਾਂ ਹੋਰ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਰੱਖਣਾ। ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਰਿਮਾਰਕਸ ਦੇ ਵਿੱਚ ਆਪਾਂ ਜੇ ਫਰਜ਼ ਕਰ ਲਓ ਕੋਈ ASD ਵੋਟਰ ਆਉਂਦਾ ਤਾਂ ASD ਵੋਟ ਆਪਾਂ ਰਿਮਾਰਕਸ 'ਚ ਲਿਖਣਾ। ਜੇ ਫਰਜ਼ ਕਰ ਲਓ ਕੋਈ ਇਲੈਕਸ਼ਨ ਡਿਊਟੀ ਸਰਟੀਫਿਕੇਟ ਵਾਲਾ ਕਰਮਚਾਰੀ ਆ ਗਿਆ ਤਾਂ ਉਹਦੀ ਸੂਚਨਾ ਵੀ 17A ਦੇ ਵਿੱਚ ਕੰਟੀਨਿਊਟੀ ਦੇ ਵਿੱਚ ਹੀ ਭਰਨੀ ਆ, ਪਰ ਰਿਮਾਰਕਸ ਦੇ ਵਿੱਚ EDC ਲਿਖਣਾ। ਸੋ ਇਹ EDC ਉਹਦਾ ਜਿਹੜਾ ਲਿਖਿਆ ਜਾਊਗਾ। ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜੇ 17A ਦੇ ਵਿੱਚ ਵੋਟਰਾਂ ਦੇ ਸਿਗਨੇਚਰ ਕਰਵਾਉਣੇ ਆ ਉਹ ਬੜੀ ਮਹੱਤਵਪੂਰਨ ਆ। ਕਿਸੇ ਵੀ ਵੋਟਰ ਦੇ ਇਨੀਸ਼ੀਅਲ ਨਹੀਂ ਕਰਵਾਉਣੇ, ਉਹਦਾ ਪੂਰੇ ਦਾ ਪੂਰਾ ਜਿਹੜਾ ਨਾਂ ਹੈ ਉਹ ਲਿਖਣਾ ਹੈ ਉਸ ਜਿਹੜਾ 17A ਦਾ ਜਿਹੜਾ ਸਿਗਨੇਚਰ ਵਾਲਾ ਕਾਲਮ ਆ। ਤੇ ਜੇ ਫਰਜ਼ ਕਰ ਲਓ ਕਿਸੇ ਵੋਟਰ ਨੇ ਅੰਗੂਠਾ ਲਾਉਣਾ ਹੈ, ਜੇ ਉਹ ਵੋਟਰ ਤੁਹਾਡਾ ਇਲੀਟਰੇਟ ਆ ਤਾਂ ਅੰਗੂਠਾ ਲਾਉਣਾ ਤਾਂ ਖੱਬੇ ਹੱਥ ਦਾ ਅੰਗੂਠਾ ਜਿਹੜਾ ਉਹਦਾ ਲਵਾਇਆ ਜਾਣਾ ਹੈ। ਜੇ ਫਰਜ਼ ਕਰ ਲਓ ਉਸ ਵੋਟਰ ਦਾ ਖੱਬੇ ਹੱਥ ਦਾ ਅੰਗੂਠਾ ਨਹੀਂਗਾ ਤਾਂ ਉਹਦਾ ਜਿਹੜਾ ਹੈਗਾ ਤੁਸੀਂ ਉਹ ਉਸ ਤੋਂ ਬਾਅਦ ਸੱਜੇ ਹੱਥ ਦਾ ਅੰਗੂਠਾ ਲਵਾ ਸਕਦੇ ਹੋ। ਜੇ ਫਰਜ਼ ਕਰ ਲਓ ਸੱਜੇ ਹੱਥ ਦਾ ਅੰਗੂਠਾ ਨਹੀਂਗਾ ਤਾਂ ਖੱਬੇ ਹੱਥ ਦੀ ਜਿਹੜੀ ਉਂਗਲਾਂ ਹੈ 4 ਫਿੰਗਰ ਆ ਤੁਸੀਂ ਉਹ ਤੋਂ ਸ਼ੁਰੂ ਕਰ ਲਓ। ਜੇ ਫਰਜ਼ ਕਰ ਲਓ ਕੋਈ ਵੀ ਉਂਗਲ ਨਹੀਂਗੀ ਤਾਂ ਸੱਜੇ ਹੱਥ ਦੀ ਉਂਗਲ ਆ ਜਿਹੜੀ ਉਹਦਾ ਨਿਸ਼ਾਨ ਲਵਾ ਸਕਦੇ ਹੋ। ਜੇ ਸੱਜੇ ਹੱਥ ਦੀ ਉਂਗਲ ਵੀ ਕੋਈ ਵੀ ਨਹੀਂਗੀ, ਉਹਦੇ ਕੋਈ ਅੰਗੂਠਾ ਨਹੀਂ, ਕੋਈ ਵੀ ਉਂਗਲ ਨਹੀਂ, ਤਾਂ ਤੁਸੀਂ ਉਸ ਵੋਟਰ ਨੂੰ ਕਹਿਣਾ ਵੀ ਭਾਈ ਤੂੰ ਜਿਹੜੀ ਸਾਡੀ ਵੋਟ ਆ 49N ਦੇ ਅਧੀਨ ਕੰਪੇਨੀਅਨ ਲੈ ਕੇ ਆ, ਤੂੰ ਸਹਿਯੋਗੀ ਲੈ ਕੇ ਆ, ਉਹਦੇ ਦਸਤਖਤ ਆ ਜਿਹੜੇ ਅਸੀਂ 17A ਦੇ ਵਿੱਚ ਕਰਵਾਵਾਂਗੇ, ਉਹਦੇ ਨਾਲ ਜਿਹੜੀ ਹੈਗੀ ਆ ਵੋਟ ਆ ਉਹਦੀ ਉਹ ਕਾਸਟ ਕਰਵਾਈ ਜਾਊਗੀ। ਇਸ ਤੋਂ ਬਿਨਾ ਤੁਹਾਡੇ ਪੋਲਿੰਗ ਸਟੇਸ਼ਨ ਦੇ ਉੱਪਰ ਕਲਾਸੀਫਾਈਡ ਸਰਵਿਸਿਜ਼ ਵੋਟਰ ਵੀ ਹੋ ਸਕਦੇ ਆ, ਜਿਹੜੇ ਕਿ ਤੁਹਾਡੇ ਮਾਰਕਡ ਕਾਪੀ ਦੇ ਅਖੀਰ ਦੇ ਉੱਤੇ ਰਿਟਰਨਿੰਗ ਆਫੀਸਰ ਵੱਲੋਂ ਜਿਹੜੀ ਤੁਹਾਡੀ ਮਾਰਕਡ ਕਾਪੀ ਦਿੱਤੀ ਜਾਣੀ ਆ ਉਹਦੇ ਉੱਤੇ ਉਹਨਾਂ ਦੀ ਲਿਸਟ ਹੋਊਗੀ। ਇਹ ਕਲਾਸੀਫਾਈਡ ਸਰਵਿਸਿਜ਼ ਵੋਟਰ ਕਿਹੜੇ ਹੁੰਦੇ ਆ? ਇਹ ਸਾਡੇ ਜਿਹੜੇ ਮਾਨਯੋਗ ਸਾਡੇ ਆਰਮਡ ਫੋਰਸਿਸ ਦੇ ਵਿੱਚ ਸਾਡੇ ਜਿਹੜੇ ਵੋਟਰ ਕੰਮ ਕਰਦੇ, ਜਿਹੜੇ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਸਾਡੀਆਂ ਸੈਨਾਵਾਂ ਦੇ ਵਿੱਚ ਤੈਨਾਤ ਆ, ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ, ਜਿੱਥੇ ਪੋਸਟਲ ਬੈਲਟ ਪੇਪਰ ਵੀ ਪਹੁੰਚਾਇਆ ਨਹੀਂ ਜਾ ਸਕਦਾ, ਉਹ ਜਿਹੜੇ ਕਲਾਸੀਫਾਈਡ ਸਰਵਿਸਿਜ਼ ਵੋਟਰ ਆ ਉਹ ਆਪਦੇ ਵੱਲੋਂ ਕੋਈ ਪ੍ਰੋਕਸੀ ਵੋਟਰ ਆ ਜਿਹੜਾ ਉਹ ਨੋਮੀਨੇਟ ਕਰਦੇ ਆ ਕਿ ਮੇਰੀ ਥਾਂ ਦੇ ਉੱਤੇ ਆਹ ਵੋਟਰ ਆ ਜਿਹੜਾ ਉਹ ਵੋਟ ਪਾਊਗਾ। ਉਹਦੇ ਲਈ ਉਹ ਫਾਰਮ ਨੰਬਰ 13F ਜਿਹਨੂੰ ਅਸੀਂ ਐਨੈਕਸਰ 23 ਵੀ ਕਹਿੰਦੇ ਆ, ਉਹਦੇ ਵਿੱਚ ਉਹਨਾਂ ਨੇ ਨੋਮੀਨੇਟ ਕੀਤਾ ਹੁੰਦਾ ਪ੍ਰੋਕਸੀ ਵੋਟਰ ਨੂੰ ਐਡਵਾਂਸ ਦੇ ਵਿੱਚ ਹੀ, ਜਿਹੜਾ ਕਿ ਉਹਨਾਂ ਦੇ ਕਿਸੇ ਕਮਾਂਡਿੰਗ ਆਫੀਸਰ ਵੱਲੋਂ ਜਾਂ ਕਿਸੇ ਕਲਾਸ 1 ਐਗਜ਼ੈਕਟਿਵ ਮੈਜਿਸਟ੍ਰੇਟ ਵੱਲੋਂ ਜਾਂ ਨੋਟਰੀ ਵੱਲੋਂ ਜਿਹੜਾ ਪਰਫਾਰਮਾ ਹੈ ਇਹ ਅਟੈਸਟ ਕੀਤਾ ਹੋਊਗਾ। ਸੋ ਜੇ ਫਰਜ਼ ਕਰ ਲਓ ਕਲਾਸੀਫਾਈਡ ਸਰਵਿਸਿਜ਼ ਵੋਟਰ ਹੈਗੇ ਆ, ਉਹਦਾ ਪ੍ਰੋਕਸੀ ਵੋਟਰ ਜੇ ਕੋਈ ਆਉਂਦਾ ਏ ਤਾਂ ਉਹਦੀ ਵੋਟ ਆ ਜਦੋਂ ਤੁਸੀਂ ਪਵਾਉਣੀ ਆ ਤਾਂ ਤੁਸੀਂ ਉਸ ਪ੍ਰੋਕਸੀ ਵੋਟਰ ਤੋਂ ਜਦੋਂ ਵੋਟ ਪਾਓਗੇ ਤਾਂ 17A ਦੇ ਵਿੱਚ ਜਿੱਥੇ ਲੜੀ ਨੰਬਰ ਆਪਾਂ ਸ਼ੁਰੂ ਹੁੰਦਾ ਜਿਹੜਾ ਸਾਡਾ ਲੜੀ ਨੰਬਰ ਇੱਕ ਲੜੀ ਨੰਬਰ ਆ ਗਿਆ, ਜਿੱਥੇ ਸੀਰੀਅਲ ਨੰਬਰ ਤੁਸੀਂ ਲਿਖਣਾ ਹੈ ਉੱਥੇ ਉਹ ਸੀਰੀਅਲ ਨੰਬਰ ਕਲਾਸੀਫਾਈਡ ਸਰਵਿਸਿਜ਼ ਵੋਟਰ ਦਾ ਸੀਰੀਅਲ ਨੰਬਰ ਜਿਹੜਾ ਦਿੱਤਾ ਉਹ ਲਿਖਣਾ ਤੇ ਨਾਲ ਹੀ ਬ੍ਰੈਕਟ ਦੇ ਵਿੱਚ PV ਲਿਖਣਾ ਹੈ, ਪ੍ਰੋਕਸੀ ਵੋਟਰ ਲਿਖਣਾ ਹੈ ਤੇ ਅਖੀਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਰਿਮਾਰਕਸ ਦੇ ਵਿੱਚ ਕਲਾਸੀਫਾਈਡ ਸਰਵਿਸਿਜ਼ ਵੋਟਰ ਆ ਜਿਹੜਾ ਉੱਥੇ ਜਿਹੜਾ ਹੈਗਾ ਉਹ ਰਿਮਾਰਕਸ ਦੇ ਵਿੱਚ ਜ਼ਰੂਰ ਲਿਖਣਾ ਤੇ ਜਿਹੜਾ ਪ੍ਰੋਕਸੀ ਵੋਟਰ ਆਊਗਾ ਉਹਦੇ ਜਿਹੜੀ ਅੰਡੈਲੀਬਲ ਲਿੰਕ ਆ ਉਹ ਖੱਬੇ ਹੱਥ ਦੀ ਵਿਚਕਾਰਲੀ ਉਂਗਲੀ ਦੇ ਉੱਤੇ ਜਿਹੜਾ ਨਿਸ਼ਾਨ ਲਾਉਣਾ ਹੈ, ਕਿਉਂਕਿ ਪ੍ਰੋਕਸੀ ਵੋਟਰ ਨੇ ਆਪਦਾ ਵੀ ਜਿਹੜੀ ਵੋਟਰ ਪਾਉਣੀ ਆ ਉਹ ਵੋਟ ਪਾਉਣੀ ਆ, ਜੇ ਉਹ ਵੋਟ ਪਾਊਗਾ ਤਾਂ ਉਹਦੀ ਜਿਹੜੀ ਹੈਗੀ ਅੰਗੂਠੇ ਦੇ ਨਾਲ ਦੀ ਉਂਗਲ ਦੀ ਹੋਏਗੀ ਤੇ ਪਰ ਜੇ ਆਪਾਂ ਉਹ ਪ੍ਰੋਕਸੀ ਵੋਟਰ ਦੇ ਪਾਉਂਦਾ ਤਾਂ ਉਹਦੇ ਜਿਹੜੀ ਵਿਚਕਾਰਲੀ ਉਂਗਲ ਆ ਜਿਹੜੀ ਖੱਬੇ ਹੱਥ ਦੀ ਉਹਦੇ ਤੇ ਜਿਹੜਾ ਹੈਗਾ ਉਹ ਨਿਸ਼ਾਨ ਲਗਾਉਣਾ। ਸੋ ਇਹ ਸਾਰਾ ਜਿਹੜਾ ਸਾਡਾ ਸੀ ਕਿ ਆਪਾਂ ਜਿਹੜੀ ਸਾਡੀ ਚੋਣ ਪ੍ਰਕਿਰਿਆ ਹੈ ਮੋਟੇ ਤੌਰ ਦੇ ਉੱਤੇ ਸਾਦੀ ਭਾਸ਼ਾ ਦੇ ਵਿੱਚ ਆਪਾਂ ਸਿਸਟਮੈਟਿਕ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਚੋਣ ਪ੍ਰਕਿਰਿਆ ਨੂੰ ਆਪਾਂ ਜਿਹੜਾ ਨੇਪਰੇ ਆ ਉਹ ਕਿਵੇਂ ਚਾੜਨਾ। ਇਹਨਾਂ ਗੱਲਾਂ ਦੇ ਨਾਲ ਨਾਲ ਹੁਣ ਆਪਾਂ ਨੂੰ ਗੱਲ ਆ ਜਾਂਦੀ ਹੈ ਕਿ ਮੋਟੇ ਤੌਰ ਦੇ ਉੱਤੇ ਕਿਹੜੇ ਡਾਕੂਮੈਂਟਸ ਆ ਜਿਹੜੇ ਜ਼ਰੂਰੀ ਡਾਕੂਮੈਂਟ ਆ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਵੱਲੋਂ ਤਿਆਰ ਕੀਤੇ ਜਾਣੇ, ਮੈਂ ਉਹਨਾਂ ਦੀ ਵੀ ਇੱਕ ਤੁਹਾਨੂੰ ਸੂਚਨਾ ਜਿਹੜੀ ਹੈ ਸੂਚੀ ਆ ਜਿਹੜੀ ਉਹ ਸ਼ੇਅਰ ਕਰ ਦੇਣਾ ਕਿ ਸਭ ਤੋਂ ਪਹਿਲਾਂ ਤੁਹਾਡਾ ਜਿਵੇਂ ਮੈਂ ਦੱਸਿਆ ਕਿ ਤੁਹਾਡਾ ਜਿਹੜਾ ਮੌਕ ਪੋਲ ਸਰਟੀਫਿਕੇਟ ਆ ਉਹ ਜ਼ਰੂਰੀ ਡਾਕੂਮੈਂਟ ਆ ਉਹ ਵੀ ਤਿਆਰ ਕਰਨਾ ਸਾਡੇ ਪ੍ਰੈਜ਼ਾਈਡਿੰਗ ਆਫੀਸਰ ਨੇ। ਉਹਦੇ ਨਾਲ ਨਾਲ ਸਾਡੀਆਂ 4 ਜਿਹੜੀਆਂ ਡੈਕਲੇਰੇਸ਼ਨਸ ਹੋਣਗੀਆਂ ਜਦੋਂ ਤੁਸੀਂ ਪੋਲ ਸਟਾਰਟ ਕਰਨੀ ਆ, ਇੱਕ ਉਦੋਂ ਡੈਕਲੇਰੇਸ਼ਨ ਪ੍ਰੈਜ਼ਾਈਡਿੰਗ ਆਫੀਸਰ ਵੱਲੋਂ ਦਿੱਤੀ ਜਾਣੀ ਆ, ਜੇ EVM ਫਰਜ਼ ਕਰ ਲਓ ਖਰਾਬ ਹੋ ਜਾਂਦੀ ਆ ਤਾਂ ਸਬਸੀਕੁਐਂਟ EVM ਵਰਤੀ ਜਾਂਦੀ ਹੈ, ਡੈਕਲੇਰੇਸ਼ਨ ਨੰਬਰ 2 ਉਦੋਂ ਆਪਾਂ ਭਰਨੀ ਆ, ਜਦੋਂ ਆਪਣੀ ਤੁਹਾਡੀ ਪੋਲਿੰਗ ਪ੍ਰੋਸੈਸ ਖਤਮ ਹੋ ਜਾਂਦੀ ਹੈ ਇੱਕ ਡੈਕਲੇਰੇਸ਼ਨ ਉਦੋਂ ਆਪਾਂ ਭਰਨੀ ਆ, ਜਦੋਂ ਆਪਾਂ VOTING ਮਸ਼ੀਨ ਸੀਲ ਕਰਨੀ ਆ ਇੱਕ ਡੈਕਲੇਰੇਸ਼ਨ ਉਦੋਂ ਭਰਨੀ ਆ, ਔਰ ਇਹਨਾਂ ਸਾਰੀਆਂ ਡੈਕਲੇਰੇਸ਼ਨ ਦੇ ਉੱਪਰ ਜਿਹੜਾ ਪੋਲਿੰਗ ਏਜੰਟ ਹੋਣਗੇ ਉਹਦੇ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਸਾਈਨ ਕਰਵਾਉਣਗੇ। ਇਹ ਸਾਡਾ ਮਹੱਤਵਪੂਰਨ ਜਿਹੜਾ ਡਾਕੂਮੈਂਟ ਹੋਏਗਾ। ਇਸ ਤੋਂ ਬਿਨਾਂ ਜਿਹੜੇ ਸਾਡੇ 2 ਮਹੱਤਵਪੂਰਨ ਜਿਹੜੇ ਡਾਕੂਮੈਂਟ ਹੋਰ ਆ, ਇੱਕ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਆ, ਇੱਕ ਫਾਰਮ 17C ਆ। ਇਹ ਜਿਹੜੀ ਸਾਡੀ ਮਹੱਤਵਪੂਰਨ ਡਾਕੂਮੈਂਟ ਆ ਜਿਹੜੇ ਸੀਲਡ ਐਨਵੈਲਪ ਆ ਜਿਹੜੇ ਇਹਨਾਂ ਡਾਕੂਮੈਂਟ ਦੇ ਸਾਡੇ ਸਟਰੋਂਗ ਰੂਮ ਦੇ ਵਿੱਚ EVM ਦੇ ਨਾਲ ਆ ਉਹ ਭਰਨੀ ਆ। ਇੱਕ ਸਾਡੇ ASD ਵੋਟਰਸ ਆ, ASD ਵੋਟਰਸ ਦੇ ਸੰਬੰਧ ਦੇ ਵਿੱਚ ਇੱਕ ਸਰਟੀਫਿਕੇਟ ਤੁਹਾਡੀ ਬੁਕਲੇਟ ਨੰਬਰ 1 ਦੇ ਵਿੱਚ ਲੱਗਿਆ
ਕਿ ਇੱਕ ਤਾਂ ਤੁਸੀਂ ASD ਵੋਟਰ ਨੂੰ ਵੋਟ ਪਵਾ ਲਈ ਔਰ 17A ਦੇ ਵਿੱਚ ਉਹਦਾ ਰਿਮਾਰਕਸ ਦੇ ਵਿੱਚ ਕਾਲਮ ਲਿਖ ਵੀ ਦਿੱਤਾ। ਕਿੰਨੇ ASD ਵੋਟਰਾਂ ਨੂੰ ਤੁਸੀਂ ਆਪਦੇ ਪੋਲਿੰਗ ਸਟੇਸ਼ਨ ਦੇ ਉੱਤੇ ਵੋਟਾਂ ਪਵਾਈਆਂ, ਇਸ ਸੰਬੰਧੀ ਇੱਕ ਸਰਟੀਫਿਕੇਟ ਤੁਹਾਡੀ ਬੁਕਲੇਟ ਨੰਬਰ 'ਚ ਲੱਗਿਆ। 2 ਹਿੱਸੇ ਆ ਉਹਦੇ, ਇੱਕ ਹਿੱਸਾ ਜਿਹੜਾ ਤੁਸੀਂ ਬੁਕਲੇਟ ਨੰਬਰ 1 ਦੇ ਵਿੱਚ ਹੀ ਰਹਿਣ ਦੇਣਾ, ਜਾਂ ਦੂਸਰਾ ਹਿੱਸਾ ਹੋਊਗਾ ਸੇਮ ਹਿੱਸਾ, ਉਹਨੂੰ ਪਾੜ ਕੇ ਤੁਸੀਂ 17A ਦੇ ਲਾਸਟ ਪੇਜ ਦੇ ਉੱਤੇ ਪੇਸਟ ਕਰਨਾ ASD ਵੋਟਰ ਦੇ ਸੰਬੰਧ ਦੇ ਵਿੱਚ ਕਿ ਕਿੰਨੇ ਵੋਟਰਾਂ ਨੇ ਜਿਹੜੀ ਵੋਟ ਆ ਉਹ ਪਾਈ ਆ। ਇਸ ਤੋਂ ਬਿਨਾਂ ਤੁਹਾਡੀ ਬੁਕਲੇਟ ਨੰਬਰ 1 ਦੇ ਵਿੱਚ ਇੱਕ 16 ਪੁਆਇੰਟ ਆਬਜ਼ਰਵਰਸ ਜਿਹੜੀ ਰਿਪੋਰਟ ਆ, ਬੜੀ ਇੰਪੋਰਟੈਂਟ ਰਿਪੋਰਟ ਆ, ਉਹ ਤੁਸੀਂ ਫਿਲ ਕਰੋਗੇ। ਇਸ ਤੋਂ ਬਿਨਾਂ ਇੱਕ PS05 ਪਰਫਾਰਮਾ ਹੈ ਜਿਹਦੇ ਵਿੱਚ ਸਾਰੀ ਸਮਰੀ ਜਿਹੜੀ ਹੋਗੀ ਤੁਹਾਡੀ ਵੋਟਾਂ ਦੀ ਹੋਏਗੀ ਕਿ ਜਿਹੜੀ ਤੁਸੀਂ ਵੋਟ ਪ੍ਰਕਿਰਿਆ ਨੇਪਰੇ ਚਾੜੀ ਆ, ਉਹ ਬੜਾ ਜ਼ਰੂਰੀ ਫਾਰਮ ਆ। ਤੇ ਜੇ ਫਰਜ਼ ਕਰ ਲਓ ਕਿ ਸਟੈਂਡਰਡ ਵੋਟ ਪਈ ਆ ਤਾਂ ਫਾਰਮ 17B ਆ ਜਿਹੜਾ, ਜਿਹਦੇ ਵਿੱਚ ਆਪਾਂ ਟੈਂਡਰ ਵੋਟਾਂ ਦੀ ਸੂਚੀ ਆ ਉਹ ਦਿੱਤੀ ਆ, ਉਹ ਸਾਡਾ ਬੜਾ ਇੰਪੋਰਟੈਂਟ ਪਰਫਾਰਮਾ ਹੈ। ਇਹਦੇ ਨਾਲ ਦੀ ਨਾਲ ਮੇਰੀ ਬੇਨਤੀ ਇਹ ਆ ਕਿ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਜਿਹੜੀ ਬੁਕਲੇਟ ਨੰਬਰ 1 ਦਾ ਕਵਰ ਪੇਜ ਹੋਊਗਾ ਉੱਪਰਲਾ ਵਾਈਟ ਐਂਡ ਕਲਰ ਦੀ ਜਿਹੜੀ ਸਾਡੀ ਬੁਕਲੇਟ ਨੰਬਰ 1 ਆ, ਉਹਦਾ ਕਵਰ ਪੇਜ ਆ ਜਿਹੜਾ ਉਹ ਵੀ ਜ਼ਰੂਰ ਭਰ ਕੇ ਲੈ ਕੇ ਆਉਣਾ, ਕਿਉਂਕਿ ਇਹ ਜਿਹੜੀ ਤੁਹਾਡੀ ਬੁਕਲੇਟ ਨੰਬਰ 1 ਆ PS05 ਆ। ਤੇ ਇਹ ਤੋਂ ਬਿਨਾਂ ਜੇ ਤੁਹਾਡੇ ਬਲਾਈਂਡ ਵੋਟਰਸ ਆ ਜਿਹੜੇ, ਉਹਦੇ ਸੰਬੰਧ ਦੇ ਵਿੱਚ ਇੱਕ ਜ਼ਰੂਰੀ ਪਰਫਾਰਮਾ ਉਹ ਵੀ ਭਰਵਾਇਆ ਜਾਊਗਾ। ਕਿੰਨੇ ਬਲਾਈਂਡ ਜਿਹੜੇ ਹੈਗੇ ਆ ਤੁਹਾਡੇ ਵੋਟਰਸ ਜਿਹੜੇ ਤੁਹਾਡੇ ਸਟੇਸ਼ਨ ਦੇ ਉੱਤੇ ਆਏ ਆ, ਉਹਨਾਂ ਨੇ ਡੰਮੀ ਬੈਲਟ ਸ਼ੀਟ ਜਿਹੜੀ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ ਉਹਦੇ ਨਾਲ ਵੋਟ ਪਾਈ ਹੈ ਜਾਂ ਕੰਪੇਨੀਅਨ ਨਾਲ ਵੋਟ ਪਾਈ ਆ, ਉਹਦੀ ਗਿਣਤੀ ਜਿਹੜੀ ਮੁਹੱਈਆ ਕਰਵਾਉਣੀ ਆ। ਸੋ ਇਹ ਜਿਹੜੇ ਪਰਫਾਰਮੇ ਆ ਤੁਹਾਡੇ ਕੰਪਿਊਟਰ ਸੈਂਟਰ ਦੇ ਵਿੱਚ ਸਾਨੂੰ ਡਾਟਾ ਕੰਪਾਈਲ ਕਰਨ ਦੇ ਲਈ ਬਾਅਦ ਦੇ ਵਿੱਚ ਚਾਹੀਦੇ ਹੁੰਦੇ ਆ। ਇਹ ਜ਼ਰੂਰੀ ਪਰਫਾਰਮੇ ਆ ਜਿਹੜੇ ਉਹ ਸਾਰੇ ਭਰਨੇ ਆ। ਇਸ ਤੋਂ ਬਿਨਾਂ ਤੁਹਾਡੀ ਇੱਕ ਬੁਕਲੇਟ ਨੰਬਰ 3 ਆ ਜਿਹੜੀ ਬੁਕਲੇਟ ਨੰਬਰ 3 ਆ, ਜਿਹਦੇ ਵਿੱਚ ਸਾਡੇ ਨਾਨ ਸਟੈਚਰੀ ਜਿਹੜੇ ਪਰਫਾਰਮੇ ਆ, ਜਿਵੇਂ ਫਰਜ਼ ਕਰ ਲਓ ਕੋਈ ਚੈਲੰਜ ਵੋਟਾਂ ਦੀ ਸੂਚੀ ਆ ਉਹ ਵੀ ਹੋਏਗੀ। ਬਲਾਈਂਡ ਐਂਡ ਅਨਫਰਮ ਵੋਟਰਸ ਦੇ ਜਿਹੜੇ ਕੰਪੇਨੀਅਨ ਆ ਜਾਂ ਉਹਨਾਂ ਦੀ ਜਿਹੜੀ ਸੂਚੀ ਆ ਉਹ ਪਰਫਾਰਮਾ ਵੀ ਉਹਦੇ ਵਿੱਚ ਹੋਏਗਾ। ਜੇ ਫਰਜ਼ ਕਰ ਲਓ ਕਿਸੇ ਵੋਟਰ ਦੀ ਤੁਹਾਨੂੰ ਉਮਰ ਘੱਟ ਲੱਗਦੀ ਆ ਕਿ ਉਹਦੀ ਵੋਟ ਬਣੀ ਹੋਈ ਆ, ਉਹ ਤੋਂ ਡੈਕਲੇਰੇਸ਼ਨ ਲੈਣੀ ਆ ਕਿ ਮੇਰੀ ਉਮਰ ਪੂਰੀ ਹੋਈ ਆ, ਤਾਂ ਉਹਦਾ ਪਰਫਾਰਮਾ ਵੀ ਉਹਦੇ ਵਿੱਚ ਹੀ ਹੋਏਗਾ। ਇਹ ਜਿਹੜੇ ਸਾਡੇ ਇਹ ਬੁਕਲੇਟ ਨੰਬਰ 3 ਦੇ ਵਿੱਚ ਜਿਹੜੇ ਪਰਫਾਰਮੇ ਆ, ਇਹ ਸਾਰੇ ਜਿਹੜੇ ਭਰ ਕੇ ਆਪਾਂ ਸਟੈਚਰੀ ਨਾਨ ਸਟੈਚਰੀ ਦੇ ਵਿੱਚ ਜਿਹੜੇ ਹੈਗੇ ਆ ਇੰਪੋਰਟੈਂਟ ਡਾਕੂਮੈਂਟ ਆ ਉਹ ਆਪਾਂ ਜਮ੍ਹਾਂ ਕਰਵਾਉਣੇ ਆ। ਹੁਣ ਮੈਂ ਲਾਸਟ ਦੇ ਉੱਤੇ ਤੁਹਾਨੂੰ ਮਹੱਤਵਪੂਰਨ ਜਿਹੜੀ ਇਨਫੋਰਮੇਸ਼ਨ ਆ ਉਹ ਜਿਹੜੀ ਸ਼ੇਅਰ ਕਰਨ ਲੱਗਾ ਕਿ ਜਦੋਂ ਤੁਸੀਂ ਆਪਣੀ ਚੋਣ ਪ੍ਰਕਿਰਿਆ ਜਿਵੇਂ ਮੈਂ ਦੱਸੀ ਆ ਕਿ ਨਿਯਮਾਂ ਦੇ ਅਨੁਸਾਰ ਜਦੋਂ ਆਪਾਂ ਪੂਰੀ ਕਰ ਲਈ ਤਾਂ ਆਪਾਂ ਕਿਹੜੇ ਲਿਫਾਫੇ ਤਿਆਰ ਕਰਨੇ ਆ, ਕਿਵੇਂ ਉਹਨਾਂ ਨੂੰ ਜਿਹੜੀ ਹੈਗੀ ਆ ਸਾਡੀ EVM ਦੇ ਨਾਲ ਜਮ੍ਹਾਂ ਕਰਵਾਉਣਾ, ਜਾਂ ਜਿਹੜਾ ਸਾਡਾ ਸਮਾਨ ਪ੍ਰਾਪਤ ਕਰਨ ਵਾਲਾ ਅਮਲਾ ਹੈ ਉਹ ਕਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਮੰਗ ਕਰੂਗਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਤੁਹਾਡੀ EVM ਆ, ਤੁਹਾਡਾ ਕੰਟਰੋਲ ਯੂਨਿਟ ਆ, ਤੁਹਾਡਾ ਬੈਲਟ ਯੂਨਿਟ ਆ, ਤੁਹਾਡਾ VVPAT ਆ, ਉਹਨਾਂ ਨੂੰ ਐਡਰੈਸ ਟੈਗਸ ਦੇ ਨਾਲ ਤੁਸੀਂ ਸੀਲ ਕਰਕੇ ਲੈ ਕੇ ਆਓਗੇ। ਸੋ ਇਹਨਾਂ ਦੇ ਨਾਲ ਇਹਨਾਂ ਤਿੰਨੇ ਯੂਨਿਟਾਂ ਦੇ ਨਾਲ ਤੁਹਾਡੇ 2 ਇੰਪੋਰਟੈਂਟ ਲਿਫਾਫੇ ਹੋਣਗੇ। ਇੱਕ ਲਿਫਾਫੇ ਦੇ ਵਿੱਚ ਤੁਹਾਡਾ ਫਾਰਮ 17C ਤੇ ਪ੍ਰੈਜ਼ਾਈਡਿੰਗ ਆਫੀਸਰ ਡਾਇਰੀ ਹੋਊਗੀ, ਇਹ ਸੀਲਡ ਲਿਫਾਫਾ ਹੋਊਗਾ। ਦੂਸਰੇ ਸੀਲਡ ਐਨਵੈਲਪ ਦੇ ਵਿੱਚ ਤੁਹਾਡੀ ਡੈਕਲੇਰੇਸ਼ਨਸ ਹੋਣਗੇ ਜਿਹੜੀਆਂ ਮੈਂ ਪਹਿਲਾਂ ਦੱਸੀਆਂ ਹੈਗੀਆਂ। ਇਹ 2 ਲਿਫਾਫੇ ਤੇ ਇੱਕ ਤੁਹਾਡਾ ਪਲਾਸਟਿਕ ਦਾ ਬਾਕਸ ਜਿਹਦੇ ਵਿੱਚ VVPAT ਦੀਆਂ ਮੌਕ ਪੋਲ ਸਲਿੱਪਸ ਹੋਣਗੀਆਂ, ਜਿਹਦੀ ਪਿੰਕ ਪੇਪਰ ਸੀਲ ਲੱਗੀ ਹੋਊਗੀ ਪਲਾਸਟਿਕ ਬਾਕਸ ਦੇ ਉੱਤੇ। ਇਹ 4 ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਸਟਰੋਂਗ ਰੂਮ ਦੇ ਵਿੱਚ ਜਾਣਗੀਆਂ। ਸਾਡਾ ਜਿਹੜਾ ਸਮਾਨ ਆ ਪ੍ਰਾਪਤ ਕਰਨ ਵਾਲਾ ਅਮਲਾ ਹੈ ਉਹ ਲੈ ਕੇ 4 ਚੀਜ਼ਾਂ ਜਿਹੜੀਆਂ ਤੁਹਾਡੀਆਂ ਇਹ ਸਾਡੀਆਂ ਸਟਰੋਂਗ ਰੂਮ ਦੇ ਵਿੱਚ ਭੇਜੂਗਾ। ਸਾਰੀਆਂ ਚੀਜ਼ਾਂ ਸਾਡੀਆਂ ਸੀਲਡ ਚਾਹੀਦੀਆਂ। ਇਹ ਤੋਂ ਬਿਨਾਂ ਜਿਹੜੇ ਐਸੈਂਸ਼ੀਅਲ ਡਾਕੂਮੈਂਟ ਆ ਨੰਬਰ 2 ਦੇ ਉੱਤੇ, ਉਹ ਇੰਪੋਰਟੈਂਟ ਡਾਕੂਮੈਂਟ ਜਿਹੜੇ ਸਾਡੇ ਕੰਪਿਊਟਰ ਰੂਮ ਦੇ ਵਿੱਚ ਜਾਣੇ ਆ, ਜਿਨ੍ਹਾਂ ਦੇ ਨਾਲ ਅਸੀਂ ਡਾਟਾ ਕੰਪਾਈਲ ਕਰਨਾ। ਉਹਦੇ ਵਿੱਚ ਤੁਹਾਡਾ ਇੱਕ ਵਾਈਟ ਐਂਡ ਕਲਰ ਦਾ ਐਨਵੈਲਪ ਹੋਏਗਾ, ਐਨਵੈਲਪ ਨੰਬਰ 3, ਔਰ ਐਨਵੈਲਪ ਨੰਬਰ 3 ਦੇ ਵਿੱਚ ਹੋਏਗੀ ਤੁਹਾਡੀ ਬੁਕਲੇਟ ਨੰਬਰ 1। ਬੁਕਲੇਟ ਨੰਬਰ 1 ਦੇ ਵਿੱਚ ਹੋਰਾਂ ਐਸੈਂਸ਼ੀਅਲ ਡਾਕੂਮੈਂਟਸ ਦੇ ਨਾਲ ਇਹਦੇ ਵਿੱਚ ਇੱਕ ਹੋਏਗਾ ਫਾਰਮ ਨੰਬਰ 17C ਤੇ ਇੱਕ ਹੋਏਗੀ ਪ੍ਰੈਜ਼ਾਈਡਿੰਗ ਅਫਸਰ ਡਾਇਰੀ। ਮੇਰੀ ਬੇਨਤੀ ਇਹ ਆ ਪ੍ਰੈਜ਼ਾਈਡਿੰਗ ਅਫਸਰਾਂ ਨੂੰ ਕਿ ਜਿਹੜਾ ਤੁਸੀਂ 17C ਤੇ ਪ੍ਰੈਜ਼ਾਈਡਿੰਗ ਅਫਸਰ ਡਾਇਰੀ EVM ਮਸ਼ੀਨ ਦੇ ਨਾਲ ਸੀਲਡ ਲਿਫਾਫੇ ਦੇ ਵਿੱਚ ਜਮ੍ਹਾਂ ਕਰਵਾਇਆ ਉਹਦਾ ਕਰਵਾਉਣਾ ਹੀ ਕਰਵਾਉਣਾ ਹੈ। ਇਹ ਤੋਂ ਬਿਨਾਂ ਜਿਹੜੇ ਇਹ ਦੋਨੇ ਫਾਰਮ ਬੁਕਲੇਟ ਨੰਬਰ 1 ਦੇ ਵਿੱਚ ਵੀ ਦਿੱਤੇ ਹੋਏ ਆ, ਇੱਥੇ ਵੀ ਭਰਨੇ ਆ। ਇਹ ਇੱਕ ਫਾਰਮ PS05 ਤੇ ਨਾਲ ਹੀ ਇਹਦੇ ਵਿੱਚ ਹੋਊਗਾ ਕਿ ਜਿਹੜੇ ਵਿਜ਼ੂਅਲੀ ਇੰਪੇਅਰਡ ਵੋਟਰਸ ਆ ਉਹਨਾਂ ਦੀ ਗਿਣਤੀ ਕਿੰਨੀ ਹੈ। ਇਹ ਮਹੱਤਵਪੂਰਨ ਪਰਫਾਰਮਾ ਹੈ ਜਿਹੜਾ ਇਹ ਜਾਏਗਾ। ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਡੀਆਂ ਕੰਪਿਊਟਰ ਸੈਂਟਰ ਦੇ ਵਿੱਚ ਜਾਣਗੀਆਂ, ਔਰ ਬੁਕਲੇਟ ਨੰਬਰ 1 ਦਾ ਕਵਰ ਪੇਜ ਆ ਜਿਹੜਾ ਉਹ ਆਪਾਂ ਪੂਰੇ ਦਾ ਪੂਰਾ ਭਰਨਾ ਹੈ। ਸੋ ਇਹ ਤੋਂ ਬਿਨਾਂ ਸਾਡੇ ਜਿਹੜੇ ਸਟੈਚਰੀ ਕਵਰ ਆ, ਸਟੈਚਰੀ ਕਵਰ ਦੇ ਵਿੱਚ ਕੀ ਆ ਕਿ ਇੱਕ ਤੁਹਾਡਾ ਗ੍ਰੀਨ ਕਲਰ ਦਾ ਸਭ ਤੋਂ ਪਹਿਲਾਂ ਵੱਡਾ ਐਨਵੈਲਪ ਹੋਊਗਾ ਗ੍ਰੀਨ ਕਲਰ ਦਾ। ਉਹਦੇ ਵਿੱਚ ਅੱਗੋਂ ਇਹ ਜਿਹੜਾ ਗ੍ਰੀਨ ਕਲਰ ਦਾ ਜਿਹੜਾ ਐਨਵੈਲਪ ਹੋਊਗਾ ਖੁੱਲਾ ਐਨਵੈਲਪ ਲੈ ਕੇ ਆਉਣਾ। ਉਹਦੇ ਵਿੱਚ 5 ਸੀਲਡ ਲਿਫਾਫੇ ਹੋਣਗੇ। 5 ਸੀਲਡ ਲਿਫਾਫੇ ਇਸ ਗ੍ਰੀਨ ਕਲਰ ਦੇ ਖੁੱਲੇ ਲਿਫਾਫੇ ਦੇ ਵਿੱਚ ਹੋਣਗੇ। ਕਿਹੜੇ ਸੀਲਡ ਲਿਫਾਫੇ ਹੋਣਗੇ? ਪਹਿਲਾ ਜਿਹੜੀ ਸਾਡੀ ਤੁਹਾਡੀ ਮਾਰਕਡ ਕਾਪੀ ਆ ਜਿਹਦੇ ਤੇ ਤੁਸੀਂ ਮਾਰਕ ਕੀਤਾ, ਅੰਡਰਲਾਈਨ ਤੇ ਟਿਕ ਕੀਤਾ, ਉਹਨੂੰ ਉਸ ਲਿਫਾਫੇ ਦੇ ਵਿੱਚ ਪਾ ਕੇ ਸੀਲ ਕਰੋਗੇ। ਦੂਸਰਾ ਤੁਹਾਡਾ ਰਜਿਸਟਰ ਆਫ ਵੋਟਰ 17A ਆ, ਉਸ ਨੂੰ ਇੱਕ ਲਿਫਾਫੇ ਦੇ ਵਿੱਚ ਪਾ ਕੇ ਸੀਲ ਕਰੋਗੇ। ਤੀਸਰਾ ਜਿਹੜੀਆਂ ਤੁਹਾਡੀਆਂ ਯੂਜ਼ਡ ਟੈਂਡਰ ਬੈਲਟ ਪੇਪਰ ਆ ਜੇ ਵਰਤੇ ਗਏ ਆ ਉਹਨਾਂ ਨੂੰ ਉਹਦੇ ਵਿੱਚ ਪਾ ਕੇ ਸੀਲ ਕਰੋਗੇ।
ਚੌਥੇ ਲਿਫਾਫੇ ਦੇ ਵਿੱਚ ਜੀ ਤੁਹਾਡੀ ਲਿਸਟ ਆ ਟੈਂਡਰ ਬੈਲਟ ਪੇਪਰਾਂ ਦੀ, ਉਹਨੂੰ ਤੁਸੀਂ ਸੀਲ ਕਰੋਗੇ। ਪੰਜਵੇਂ ਜਿਹੜੇ ਹੈਗੇ ਆ ਤੁਹਾਡੇ ਅਨਯੂਜ਼ਡ ਟੈਂਡਰ ਬੈਲਟ ਪੇਪਰ ਆ, ਉਹਨਾਂ ਨੂੰ ਪਾਓਗੇ। ਇਹ ਸਾਡੇ 5 ਲਿਫਾਫੇ ਸੀਲ ਕਰਕੇ ਪੂਰੀ ਇਨਫੋਰਮੇਸ਼ਨ ਲਿਖ ਕੇ ਇਹਨਾਂ ਨੂੰ ਲਿਫਾਫਾ ਨੰਬਰ 4 ਗ੍ਰੀਨ ਕਲਰ ਦਾ ਉਹਦੇ ਵਿੱਚ ਪਾਓਗੇ। ਤੁਹਾਡਾ ਇੱਕ ਸਟੈਚਰੀ ਕਵਰ। ਦੂਸਰਾ ਸਟੈਚਰੀ ਕਵਰ ਹੋ ਗਿਆ ਤੁਹਾਡੀਆਂ ਜਿਹੜੀਆਂ ਵੋਟਰ ਸਲਿੱਪਾਂ ਜਿਹੜੀਆਂ APR ਉਹਨੇ ਇਕੱਠੀਆਂ ਕੀਤੀਆਂ, ਜਿਹੜੀਆਂ ਸਾਡੇ ਪੋਲਿੰਗ ਆਫੀਸਰ 2 ਨੇ ਇਸ਼ੂ ਕੀਤੀਆਂ, APR ਉਹਨੇ ਇਕੱਠੀਆਂ ਕੀਤੀਆਂ, ਉਹ ਵੀ ਇੱਕ ਲਿਫਾਫੇ ਦੇ ਵਿੱਚ ਪਾ ਕੇ ਉਹਨਾਂ ਨੂੰ ਸੀਲ ਕਰੋਗੇ। ਸੋ 5 ਲਿਫਾਫੇ ਉਹ ਸੀਲ, ਇੱਕ ਲਿਫਾਫਾ ਇਹ ਸੀਲ। ਇਹ ਜਿਹੜੀ ਸਾਡੇ ਹੋ ਗਏ ਇੰਪੋਰਟੈਂਟ ਸਟੈਚਰੀ ਕਵਰ। ਇਸ ਤੋਂ ਬਾਅਦ ਆ ਜਾਂਦੀ ਹੈ ਸਾਡੀ ਨਾਨ ਸਟੈਚਰੀ। ਨਾਨ ਸਟੈਚਰੀ ਦੇ ਵਿੱਚ ਸਾਡਾ ਇੱਕ ਪੀਲੇ ਰੰਗ ਦਾ ਲਿਫਾਫਾ ਹੋਊਗਾ। ਉਸ ਲਿਫਾਫੇ ਦੇ ਵਿੱਚ ਤੁਸੀਂ ਇੱਕ ਬੁਕਲੇਟ ਨੰਬਰ 3, ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਚੈਲੰਜ ਵੋਟਾਂ ਹੋ ਗਈਆਂ, ਕੋਈ ਤੁਹਾਡੀਆਂ ਇਦੋਂ ਬਿਨਾ ਚੈਲੰਜ ਵੋਟਾਂ ਤੋਂ ਨਾਲ ਬਲਾਈਂਡ ਐਂਡ ਇਨਫਰਮ ਵੋਟਰਸ, ਇਹ ਸਾਡੀਆਂ ਸਾਡੇ ਪਰਫਾਰਮ ਇੰਪੋਰਟੈਂਟ ਜਾਂ ਡੈਕਲੇਰੇਸ਼ਨ ਆ ਇਸ ਸੰਬੰਧੀ, ਇਹ ਪਰਫਾਰਮ ਜਿਹੜੇ ਬੁਕਲੇਟ ਨੰਬਰ 3 ਦੇ ਵਿੱਚ ਆ, ਇਹ ਬੁਕਲੇਟ ਨੰਬਰ 3 ਉਹਦੇ ਵਿੱਚ ਪਾ ਦੇਣੀ ਆ। ਪੋਲਿੰਗ ਏਜੰਟਾਂ ਦੇ ਨਿਯੁਕਤੀ ਪੱਤਰ ਜਿਹੜੇ ਉਹ ਵੀ ਤੁਸੀਂ ਉਸ ਪੀਲੇ ਲਿਫਾਫੇ ਦੇ ਵਿੱਚ ਪਾ ਦੇਣੇ ਆ। ਜੇ ਕਿਸੇ ਨੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਜੇ ਕੋਈ ਡਿਊਟੀ ਦੇ ਤੇ ਸੀ ਉਹ ਆਇਆ ਤਾਂ ਉਹ ਵੀ ਉਹਦੇ ਵਿੱਚ ਪਾ ਦੇਣੇ ਆ। ਫਿਰ ਜਿਹੜੀਆਂ ਗ੍ਰੀਨ ਪੇਪਰ ਸੀਲਾਂ ਜਾਂ ਸਪੈਸ਼ਲ ਟੈਗ ਆ ਜਾਂ ਪਿੰਕ ਪੇਪਰ ਸੀਲ ਆ ਜਿਹੜੀਆਂ ਤੁਹਾਡੀਆਂ ਬਚ ਗਈਆਂ, ਉਹ ਵੀ ਇੱਕ ਲਿਫਾਫੇ ਦੇ ਵਿੱਚ ਪਾ ਦੇਣੇ ਆ। ਤੇ ਜਾਂ ਜਿਹੜੀਆਂ ਅਨਯੂਜ਼ਡ ਵੋਟਰ ਸਲਿੱਪਾਂ ਹੈ ਜਿਹੜੀਆਂ ਵਰਤੀਆਂ ਨਹੀਂ ਗਈਆਂ ਉਹ ਪਾ ਦੇਣੀਆਂ। ਇਹ ਸਾਰੇ ਲਿਫਾਫੇ ਆ ਜਿਹੜੇ ਬੰਦ ਕਰਕੇ ਸੀਲ ਕਰਕੇ ਇਹ ਤੁਸੀਂ ਇੱਕ ਪੀਲੇ ਰੰਗ ਦਾ ਲਿਫਾਫਾ ਹੈ ਉਹਦੇ ਵਿੱਚ ਪਾ ਦੇਣੇ ਆ ਸਾਰੇ ਇਹ ਨਾਨ ਸਟੈਚਰੀ। ਇਹ ਤੋਂ ਬਿਨਾਂ ਨਾਨ ਸਟੈਚਰੀ ਦੇ ਵਿੱਚ ਤੁਹਾਨੂੰ ਇੱਕ ਜਿਹੜੇ ਪੋਲਿੰਗ ਸਟੇਸ਼ਨਾਂ ਤੇ ਬਲਾਈਂਡ ਵੋਟਰ ਦਾ ਬ੍ਰੇਲ ਲਿਪੀ ਦੀ ਸ਼ੀਟ ਦਿੱਤੀ ਜਾਊਗੀ, ਇੱਕ ਡੰਮੀ ਬੈਲਟ ਸ਼ੀਟ ਆ ਉਹ ਹੋਏਗੀ, ਉਹਨੂੰ ਵੀ ਵਿੱਚ ਪਾ ਦੇਣਾ, ਉਹ ਵੀ ਤੁਹਾਡੇ ਤੇ ਲਈ ਜਾਏਗੀ। ਸੋ ਇਸ ਤੋਂ ਬਿਨਾਂ ਜਿਹੜੀ ਮੈਂ ਤੁਹਾਡੀ EVM ਦੀ ਟ੍ਰੇਨਿੰਗ ਦੇ ਸੰਬੰਧ ਦੇ ਵਿੱਚ ਵੀ ਦੱਸਿਆ ਸੀ ਕਿ ਜਦੋਂ ਤੁਸੀਂ ਆਪਦੀ EVM ਸੀਲ ਕਰਨੀ ਆ ਤਾਂ ਜਿਹੜੀ VVPAT ਆ ਉਹਦੀ ਬੈਟਰੀ ਆ ਉਹ ਅਲੱਗ ਕਰਨੀ ਆ। ਸੋ ਇਹ ਸਾਡੇ ਨਾਨ ਸਟੈਚਰੀ ਤੋਂ ਬਿਨਾ ਜਿਹੜੀ ਤੁਹਾਡੀ EVM ਦੀ ਬੈਟਰੀ ਆ ਉਹ ਦੂਸਰੇ ਵੈਲਿਊਏਬਲ ਸਮਾਨ ਦੇ ਨਾਲ ਜਿਹੜੀ ਹੈਗੀ ਅਲੱਗ ਲਈ ਜਾਊਗੀ। ਸੋ ਇਸ ਤੋਂ ਬਿਨਾ ਇਹਦੇ ਨਾਲ ਹੀ ਜਿੰਨੀਆਂ ਵੀ ਤੁਹਾਡੇ ਕੋਲ ਸਟੈਂਪਸ ਹੋਣਗੀਆਂ, ਤੁਹਾਡੀਆਂ ਰਬੜ ਸਟੈਂਪਸ ਆ, ਤੁਹਾਡੀਆਂ ਮੈਟਲ ਸਟੈਂਪਸ ਆ, ਇਹ ਸਾਰੀਆਂ ਸਟੈਂਪਸ ਆ ਜਾਂ ਜਿਹੜੀਆਂ ਇਹ ਸਾਰਿਆਂ ਦਾ ਇੱਕ ਲਿਫਾਫਾ ਜਿਹੜਾ ਉਹ ਅਲੱਗ ਬਣਾਇਆ ਜਾਊਗਾ, ਇਹ ਅਲੱਗ ਲਿਆ ਜਾਊਗਾ। ਇਹ ਤੋਂ ਬਿਨਾ ਬਾਕੀ ਦਾ ਜਿਹੜਾ ਸਮਾਨ ਆ ਜਿਵੇਂ ਕਿੱਟ ਹੋ ਗਈ, VOTING ਕੰਪਾਰਟਮੈਂਟ ਹੋ ਗਿਆ, ਹੈਂਡਬੁੱਕ ਹੋ ਗਈ, ਕੋਈ ਤੁਹਾਨੂੰ ਸਟੈਂਪ ਪੈਡ ਦਿੱਤੀ ਜਾਂਦੀ ਆ, ਕੋਈ ਮੈਟਲ ਰੂਲ ਦਿੱਤਾ ਜਾਂਦਾ, ਕੋਈ ਫੁੱਟਾ ਦਿੱਤਾ ਜਾਂਦਾ, ਜਿਹੜੀਆਂ ਵੀ ਸਾਰੀਆਂ ਚੀਜ਼ਾਂ ਹੋਣਗੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇਹ ਸਾਰੀਆਂ ਬਾਕੀ ਦੀਆਂ ਇੱਕ ਪੈਕਟ ਦੇ ਵਿੱਚ ਲੈ ਕੇ ਲਈਆਂ ਜਾਣਗੀਆਂ। ਸੋ ਇਸ ਤਰ੍ਹਾਂ ਜਿਹੜਾ ਸਾਰਾ ਸਮਾਨ ਆ ਉਹ ਲਿਆ ਜਾਊਗਾ। ਔਰ ਆਉਣ ਵਾਲੇ ਸਮੇਂ ਦੇ ਦਰਮਿਆਨ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਡਾਕੂਮੈਂਟ ਲੈਣੇ ਆ ਉਹਦੀ ਇੱਕ PDF ਫਾਈਲ ਬਣਾ ਕੇ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ ਜਾਵੇ। ਸੋ ਇੰਨੀ ਕੁ ਇਨਫੋਰਮੇਸ਼ਨ ਜਿਹੜੀ ਸੀਗੀ ਅਸੀਂ ਅੱਜ ਪੋਲ ਪ੍ਰੋਸੈਸ ਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਨੀ ਸੀ। ਉਮੀਦ ਕਰਦੇ ਹਾਂ ਕਿ ਸਾਡਾ ਇਹ ਸੰਵਿਧਾਨਕ ਫਰਜ਼ ਆ ਉਹਨੂੰ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਨਿਭਾਵਾਂਗੇ ਔਰ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਮੇਲੇ ਦੇ ਵਿੱਚ ਆਪਦਾ ਜਿਹੜਾ ਬਣਦਾ ਯੋਗਦਾਨ ਆ ਉਹ ਪਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।